रूप चढ़ीता अगला दूजा नहीं था। सूहबता सुहागनी जामन लह सचना। सतगुर अपना मनाए लै रूप चढ़ीता अगला दूजा नहीं था। महला तीजा लोका वे हों सूहवी सूहा वेश करी। वेसी सहो न पाईए कर कर वेश रही। नानक तिनी सहो पाया जिनी गुर की सिख सुनी। जो तिस भावै सो थियै इन विद कंत मिली। पौड़ी हुक्मी सृष्ट साजियन बहु पित संसारा। तेरा हुक्म न जापी केतड़ा सच्चे अलख अपारा। एक नानो तू मेल लह गुर शब्द विचारा। सच रते से निर्मले हूँ मैं तज विकारा। जिस तू मिलै सो तुद मिलै सोई सचियारा। जिस तू मिलै सो तुद मिलै सोई सचियारा। वाहिगुरु जी का खालसा वाहिगुरु जी की फतेह। बाला प्रीतम श्री गुरु हरकृष्ण महाराज जी दे पावन पवित्र दरबार अंदर सुशोभित गुरु जी की साजी नवाजी साध संगत जी अगले समय लिए पंथ दे प्रसिद्ध विद्वान ज्ञानी कुलवंत सिंह जी लुधियाने वाले साहिब श्री गुरु तेग बहादुर महाराज जी के पावन शब्दों की विचार नाल आप जी नूं गुरु चरणों नाल जोड़नगे। 12 तरीक नूं धर्म तवोज धर्म रक्षक साहिब श्री गुरु तेग बहादुर महाराज जी का शहीदी दिवस है। दिल्ली से गुरुद्वारा प्रबंधक कमेटी वालों हर साल की तरह संगतां दे सहयोग द्वारा गुरुद्वारा श्री सीसगंज साहिब तो नगर कीर्तन आरंभ होएगा, जिस दी संपूर्णता गुरुद्वारा रकाबगंज साहिब विखे शाम नूं होएगी। आप जी ने परिवारां समेत हाजरियां भरन की कृपालता करनी। 13 तरीक नूं श्री गुरु तेग बहादुर महाराज जी के शहीदी दिहाड़े नूं समर्पित गुरमत समागम हर साल की तरह गुरुद्वारा रकाबगंज साहिब विखे लखी साहब नज़ारा हाल विखे अंमृत वेले तो देर रात तक सज्जणगे समागम होणगे। आप जी ने इन्हां समागमां अंदर हाजरियां भरन की कृपालता करनी जी। वाहिगुरु जी का खालसा वाहिगुरु जी की फतेह। वाहिगुरु साहिब जीओ। ज्ञान अंजन गुर दिया अज्ञान अंधेर विनाश।
ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪਰਗਾਸ। ਗਿਆਨ ਧਿਆਨ ਕਿਛ ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਗਿਆਨ ਧਿਆਨ ਕਿਛ ਕਰਮ ਨ ਜਾਣਾ, ਨਾਹਿਨ ਨਿਰਮਲ ਕਰਨੀ। ਸਾਧ ਸੰਗਤ ਕੈ ਅੰਚਲ ਲਾਵੋ, ਬਿਖਮ ਨਦੀ ਜਾਏ ਤਰਨੀ। ਸੁਖੋ ਟਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਹੋਵੈ। ਸਿਫਤ ਖਸਮ ਦੀ, ਨੂਰ ਅਰਸੋਂ ਕੁਰਸੋਂ ਝਟੀ। ਉਦ ਡਿਠੇ ਸਚੇ ਪਾਤਸ਼ਾਹ, ਮਲ ਜਨਮ ਜਨਮ ਦੀ। ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦਾ ਸ਼ਾਹ। ਜਿਸ ਪਾਸ ਬੈਠਿਆ ਸੋ ਸਭਨਾਂ ਦਾ ਵੇਖਾ, ਜਿਸ ਬੈਠਿਆ ਸੋਹੀਐ। ਸਭਨਾਂ ਦਾ ਵੇਖਾ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ ਮਹੱਲਾ ਨਾਵਾ। ਸਾਧੋ ਗੋਬਿੰਦ ਕੇ ਗੁਣ ਗਾਵੋ, ਮਾਨਸ ਜਨਮ ਅਮੋਲਕ ਪਾਇਓ। ਬਿਰਥਾ ਕਾਹੇ ਗਵਾਵੋ ਰਹਾਉ। ਪਤਿਤ ਪੁਨੀਤ ਦੀਨ ਬੰਦ ਹਰ, ਸਰਨ ਤਾਹੇ ਤੁਮ ਆਵੋ। ਗਜ ਕੋ ਤਰਾਸ ਮਿਟਿਓ ਜਿਹ ਸਿਮਰਤ, ਤੁਮ ਕਾਹੇ ਬਿਸਰਾਵੋ। ਤਜ ਅਭਿਮਾਨ ਮੋਹ ਮਾਇਆ ਫੁਨ, ਭਜਨ ਰਾਮ ਚਿਤ ਲਾਵੋ। ਨਾਨਕ ਕਹਿਤ ਮੁਕਤ ਪੰਥ ਇਹੋ, ਗੁਰਮੁਖ ਹੋਏ ਤੁਮ ਪਾਵੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਦੀਨ ਦੁਨੀਆ ਦੇ ਪਾਤਸ਼ਾਹ, ਗੁਰਤਾ ਗੱਦੀ ਤੇ ਬਿਰਾਜਮਾਨ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨ ਛੂਹ ਅਸਥਾਨ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਉਪਸਥਿਤ ਸਮੂਹ ਸਾਧ ਸੰਗਤ, ਆਪ ਜੀ ਅਤੀ ਭਾਗਸ਼ਾਲੀ ਹੋ ਜੋ ਅੰਮ੍ਰਿਤ ਵੇਲੇ ਤੋਂ ਗੁਰੂ ਦਰਬਾਰ ਵਿੱਚ ਪਹੁੰਚ ਕੇ ਗੁਰੂ ਸ਼ਬਦ ਨਾਲ ਜੁੜ ਬੈਠੇ ਹੋ। ਨਮਸਕਾਰ ਕਰਕੇ ਆਪਣੇ ਮਸਤਕ ਨੂੰ ਭਾਗਸ਼ਾਲੀ ਬਣਾਇਆ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਗੁਰਪੁਰਬ ਜੋ 12 ਤਰੀਕ ਨੂੰ 12 ਦਸੰਬਰ ਨੂੰ ਆ ਰਿਹਾ ਹੈ, ਉਸ ਸੰਬੰਧ ਵਿੱਚ ਕੱਲ੍ਹ ਤੋਂ ਲੈ ਕੇ ਆਪਾਂ ਸਤਿਗੁਰੂ ਗਰੀਬ ਨਵਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਜੋ ਆਪਣੀ ਮੁਬਾਰਕ ਰਸਨਾ ਤੋਂ
ਜੋ ਸ਼ਬਦ ਉਚਾਰਨ ਕੀਤੇ ਹਨ, ਅੱਜ ਦੂਸਰੇ ਦਿਨ ਵਿੱਚ ਸਤਿਗੁਰੂ ਜੀ ਦੇ ਬਚਨਾਂ ਨੂੰ ਲੜੀਵਾਰ ਰੂਪ ਦੇ ਵਿੱਚ ਗੁਰੂ ਸ਼ਬਦ ਦੀ ਰੋਸ਼ਨੀ ਦੇ ਵਿੱਚ ਵਿਚਾਰਨ ਦੀ ਕੋਸ਼ਿਸ਼ ਕਰਾਂਗੇ। ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਆਪਣੀ ਅਗਾਧ ਬੋਧ ਬਾਣੀ ਦੀ ਸਮਝ ਸੋਝੀ ਬਖਸ਼ਿਸ਼ ਕਰਨ। ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ। ਗੌੜੀ ਮਹੱਲਾ ਨਾਵਾ। ਗੌੜੀ ਰਾਗ ਵਿੱਚ ਨੌਵੇਂ ਪਾਤਸ਼ਾਹ ਮਹੱਲਾ ਭਾਵ ਨੌਵੇਂ ਸਰੀਰ ਵਿੱਚ ਗੁਰੂ ਨਾਨਕ ਸਾਹਿਬ ਜੀ ਦੀ ਜੋਤ, ਉਸ ਉਪਦੇਸ਼ ਨੂੰ ਜੋ ਆਦਿ ਜੁਗਾਦ ਤੋਂ ਅਕਾਲ ਪੁਰਖ ਦੇ ਘਰੋਂ ਲੈ ਕੇ ਸਤਿਗੁਰੂ ਜੀ ਆਏ ਹਨ, ਉਚਾਰਨ ਕਰਦੇ ਹਨ। ਸਾਧੋ ਗੋਬਿੰਦ ਕੇ ਗੁਣ ਗਾਵੋ। ਹੇ ਸਾਧੋ, ਹੇ ਸਾਧਨਾ ਕਰਨ ਵਾਲਿਓ, ਹੇ ਗੁਰਮੁਖ ਪਿਆਰਿਓ, ਇੱਥੇ ਗੁਰੂ ਸਾਹਿਬ ਨੇ ਉਹ ਕੰਮ ਕਰਨ ਲਈ ਕੀਤਾ ਹੈ ਜਿਹਦੇ ਨਾਲ ਪਰਮਾਤਮਾ ਨਾਲ ਸਾਂਝ ਪੈਂਦੀ ਹੈ। ਗੋਬਿੰਦ ਕੇ ਗੁਣ ਗਾਵੋ। ਹਰ ਇੱਕ ਜਗਿਆਸੂ ਦਾ ਅੰਦਰ ਇੱਕ ਸਵਾਲ ਹੁੰਦਾ ਹੈ ਕਿ ਕਿਹੜੀ ਸਾਧਨਾ ਕਰਾਂ ਜਿਹਦੇ ਨਾਲ ਮੇਰਾ ਮਨ ਜਲਦੀ ਇਕਾਗਰ ਹੋਵੇ, ਕਿਹੜੀ ਸਾਧਨਾ ਕਰਾਂ ਜਿਹਦੇ ਨਾਲ ਮੇਰਾ ਮਨ ਜਲਦੀ ਗੁਰੂ ਚਰਨਾਂ ਨਾਲ, ਪਰਮੇਸ਼ਰ ਚਰਨਾਂ ਨਾਲ ਜੁੜੇ, ਕਿਉਂਕਿ ਮਾਰਗ ਸਾਰਾ ਹੀ ਅਣਦਿਸਦਾ ਹੈ। ਨਜ਼ਰ ਤੇ ਕੁਝ ਵੀ ਨਹੀਂ ਆਉਂਦਾ ਜਿਹਨੂੰ ਜਪ ਰਹੇ ਹਾਂ, ਅਣਦਿਸਦਾ ਮਾਰਗ ਹੈ। ਇਸ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪ ਇਹ ਕਰਕੇ ਵੇਖਿਆ, ਕਰਕੇ ਵਿਖਾਇਆ। ਬਕਾਲਾ, ਬਾਬਾ ਬਕਾਲਾ ਦੀ ਧਰਤੀ ਤੇ ਇੰਨੇ ਸਾਲ ਤਾਂ ਲਾਏ ਸਨ ਕਿ ਬੰਦੇ ਦੀ ਇਸ ਵੱਡੀ ਸਮੱਸਿਆ ਨੂੰ ਸੁਲਝਾਇਆ ਜਾਏ ਕਿ ਪਰਮਾਤਮਾ ਨਾਲ ਕਿਵੇਂ ਜੁੜਨਾ ਹੈ। ਉਹਦੇ ਵਾਸਤੇ ਇੱਕ ਸੌਖਾ ਤਰੀਕਾ ਦੱਸਿਆ। ਕਹਿੰਦੇ ਪਰਮਾਤਮਾ ਦੇ ਗੁਣ ਗਾਓ, ਕਹੋ ਨਹੀਂ, ਗਾਓ, ਕਿਉਂਕਿ ਕਹਿਣ ਦੇ ਵਿੱਚ ਇਕੱਲੀ ਬੁੱਧੀ ਕੰਮ ਕਰਦੀ ਹੈ, ਗਾਉਣ ਦੇ ਵਿੱਚ ਬੁੱਧੀ ਵੀ ਕੰਮ ਕਰਦੀ ਹੈ ਤੇ ਹਿਰਦਾ ਵੀ ਕੰਮ ਕਰਦਾ ਹੈ। ਹਿਰਦੇ ਤੋਂ ਬਿਨਾਂ ਗਾਇਆ ਹੀ ਨਹੀਂ ਜਾ ਸਕਦਾ। ਕਦੀ ਤੁਸੀਂ ਵੇਖਣਾ, ਜਿਹੜਾ ਬੰਦਾ ਕਦੀ ਖੁਸ਼ ਨਹੀਂ ਹੋਵੇਗਾ ਉਹ ਗਾ ਨਹੀਂ ਸਕੇਗਾ। ਤੇ ਖੁਸ਼ੀ ਹਿਰਦੇ ਦੇ ਸੈਂਟਰ ਵਿੱਚੋਂ ਆਉਂਦੀ, ਵਿਚਾਰ ਬੁੱਧੀ ਦੇ ਸੈਂਟਰ ਵਿੱਚੋਂ ਆਉਂਦੀ। ਹੁਣ ਦੋਵਾਂ ਨੂੰ ਮਿਕਸ ਕਰਕੇ ਗੁਣ ਗਾਉਣੇ ਨੇ। ਬੁੱਧੀ ਤਾਂ ਵਿੱਚ ਚਾਹੀਦੀ ਹੈ ਨਾ, ਜਿਹੜਾ ਬੁੱਧੀ ਸਰੀਰ ਹੈ, ਬੁੱਧੀ ਤੇ ਉਹਦੇ ਵਿੱਚ ਰਹਿਣੀ। ਪਰ ਜਦੋਂ ਕੱਲੀ ਬੁੱਧੀ ਆ ਜਾਂਦੀ ਹੈ, ਉਦੋਂ ਕੱਲੀ ਸੋਚ ਵਿਚਾਰ ਖਿਆਲ, ਬਹੁਤੇ ਧਾਰਮਿਕ ਸਾਧਕਾਂ ਦੇ ਅਭਿਆਸ ਦੇ ਵਿੱਚ ਕਰਨ ਲੱਗਿਆਂ ਵਿਚਾਰ ਹੀ ਜ਼ਿਆਦਾ ਤਾਂ ਆਉਣ ਦਾ ਕਾਰਨ ਹੀ ਇੱਕੋ ਹੈ ਕਿ ਉਹ ਕੱਲੀ ਬੁੱਧੀ ਦੇ ਤਲ ਤੇ ਗੁਣ ਗਾ ਰਹੇ ਨੇ, ਕੱਲੀ ਬੁੱਧੀ ਦੇ ਤਲ ਤੇ ਪਾਠ ਕਰ ਰਹੇ। ਇਹ ਦੋ ਚੀਜ਼ਾਂ ਨੇ, ਇੱਕ ਬੁੱਧੀ ਹੈ, ਇੱਕ ਹਿਰਦਾ ਹੈ। ਦੋ ਮਿਲ ਕਾਰਜ ਉਪਜੈ RAM ਨਾਮ ਸੰਜੋਗ। ਜਦੋਂ ਹਿਰਦੇ ਤੇ ਬੁੱਧੀ ਦਾ ਸੁਮੇਲ ਹੁੰਦਾ ਹੈ, ਜਦੋਂ ਵਿਚਾਰ ਤੇ ਪਿਆਰ ਦਾ ਆਪਸੀ ਜੋੜ ਪੈਂਦਾ ਹੈ, ਉੱਥੋਂ ਪਰਮਾਤਮਾ ਦੇ ਦੇਸ਼ ਦੀ ਯਾਤਰਾ ਸ਼ੁਰੂ ਹੁੰਦੀ ਹੈ। ਜ਼ਿਆਦੇ ਵਿਚਾਰਾਂ ਦੇ ਆਉਣ ਦਾ ਕਾਰਨ ਹੀ ਇਹ ਵੇ, ਹੁਣ ਵੀ ਅਸੀਂ ਬੈਠੇ ਹਾਂ, ਥੋੜਾ ਜਿਹਾ ਬੁੱਧੀ ਨੂੰ ਛੱਡੀਏ। ਭਾਈ ਵੀਰ ਸਿੰਘ ਕਹਿੰਦੇ ਨੇ, ਜਿਨ੍ਹਾਂ ਉਚਾਈਆਂ ਉੱਤੋਂ ਬੁੱਧੀ ਖੰਭ ਸਾੜ ਢੱਠੀ, ਮੱਲੋ ਮੱਲੀ ਦਿਲ ਉੱਥੇ ਲਾਉਂਦਾ ਏ ਉਡਾਰੀਆਂ। ਪਿਆਲੇ ਅਣਦਿਸ ਦੇ ਨਾਲ ਬੁੱਲ ਲੱਗ ਜਾਣ, ਜਿੱਥੇ ਰਸ ਤੇ ਸਰੂਰ ਚੜੇ, ਝੂਮਾਂ ਆਉਣ ਪਿਆਰੀਆਂ। ਗਿਆਨੀ ਸਾਨੂੰ ਹੋੜਦਾ ਤੇ ਵਹਿਮੀ ਢੋਲਾ ਆਖਦਾ ਏ, ਗਏ ਨੇ ਉਹ ਮਾਰੇ ਜਿਨ੍ਹਾਂ ਬੁੱਧੋਂ ਪਾਰ ਲਾਈਆਂ ਤਾਰੀਆਂ। ਬੈਠ ਵੇ ਗਿਆਨੀ ਬੁੱਧੀਮਾਨੀਏ ਦੀ ਕੈਦ ਵਿੱਚ, ਵਲਵਲੇ ਦੇ ਦੇਸ਼ ਸਾਡੀਆਂ ਲੱਗ ਗਈਆਂ ਯਾਰੀਆਂ। ਹਿਰਦੇ ਤੋਂ ਬਿਨਾਂ ਧਰਮ ਕਿੱਥੇ, ਪ੍ਰੇਮ ਤੋਂ ਬਿਨਾਂ ਪਰਮਾਤਮਾ ਕਿੱਥੇ। ਕਲਗੀਧਰ ਪਾਤਸ਼ਾਹ ਕਹਿੰਦੇ, ਸਾਚ ਕਹੂੰ ਸੁਣ ਲਿਓ ਸਭੈ, ਜਿਨ ਪ੍ਰੇਮ ਕੀਓ
ਤਿਨ ਹੀ ਪ੍ਰਭ ਪਾਇਓ। ਤੇ ਬੁੱਧੀ ਨਾਲ ਪ੍ਰੇਮ ਨਹੀਂ ਹੁੰਦਾ। ਬੁੱਧੀ ਦੇ ਨਾਲ ਵਿਅਕਤੀ, ਮੈਂ ਛੋਟੀ ਜਿਹੀ ਉਦਾਹਰਨ ਦੇ ਦਿੰਦਾ। ਸਾਡੇ ਸਾਹਮਣੇ ਕੋਈ ਬੰਦਾ ਆ ਗਿਆ, ਉਹਨੇ 4 ਪੈਸੇ ਮੰਗ ਲਏ ਵੀ ਰੋਟੀ ਖਾਣੀ। ਹੁਣ ਪਤਾ ਨਹੀਂ ਉਹ ਕੌਣ ਹੈ। ਮੈਂ ਇੱਥੇ ਭਿਖਾਰੀਪਣ ਨੂੰ ਦੀ ਸਪੋਰਟ ਨਹੀਂ ਕਰ ਰਿਹਾ, ਉਦਾਹਰਨ ਦੇ ਰਿਹਾ। ਪਤਾ ਨਹੀਂ ਕੌਣ ਹੈ, ਕਾਹਦੇ ਵਾਸਤੇ ਮੰਗ ਰਿਹਾ, ਪਰ ਉਹਨੇ ਹੱਥ ਅੱਡਿਆ ਵੀ ਰੋਟੀ ਖਾਣੀ। ਤੁਸੀਂ ਕਦੀ ਵੇਖਣਾ, ਉਦੋਂ ਗੱਡੀ ਵਿੱਚ ਬੈਠਿਆਂ 2 ਚੀਜ਼ਾਂ ਬੋਲਣਗੀਆਂ ਅੰਦਰੋਂ। ਇੱਕ ਕਹੇਗਾ ਦੇ ਦਈਏ, ਇੱਕ ਰੋਕੇਗਾ ਇਹਨੇ ਸ਼ਰਾਬ ਪੀਣੀ ਹੈ। ਜੇ ਪੈਸੇ ਦਿੱਤੇ ਤੇ ਇਹ ਕੰਮ ਨਹੀਂ ਕਰ ਸਕਦਾ, ਇਹ ਆ ਨਹੀਂ ਕਰ ਸਕਦਾ। ਇੱਕ ਅੰਦਰੋਂ ਬੋਲੇਗਾ ਨਹੀਂ, ਜੋ ਕਰਦਾ ਹੈ ਤੇਰੇ ਕੋਲ ਜਦੋਂ ਤੇਰੀ ਜੇਬ ਵਿੱਚ ਹੈਣ ਤੇ 10 ਰੁਪਏ ਦੇਣ ਨਾਲ ਤੇਰਾ ਕੁਝ ਨਹੀਂ ਵਿਗੜਦਾ। ਉਹ ਜਿਹੜਾ ਦੇਣ ਵਾਲਾ ਹੈ ਉਹ ਹਿਰਦਾ ਹੈ ਤੇ ਇੱਕੋ ਹੀ ਥਾਂ ਤੇ ਹੀ ਨਾ। ਕੋਈ ਹਿਰਦਾ ਕੋਈ ਵੱਖਰੀ ਚੀਜ਼ ਤੇ ਹੈ ਨਹੀਂ, ਮਨ ਦਾ ਹੀ ਸਰੂਪ ਹੈ। ਉਹਨੂੰ ਵਿਦਵਾਨਾਂ ਨੇ ਅੰਤਿਸ਼ਕਰਨ ਕਿਹਾ ਹੈ। ਸਾਰੇ ਸਾਡੇ ਸਰੂਪ ਦਾ ਜਿਹੜਾ ਇਕੱਠ ਹੈ ਨਾ, ਜਿਹਦੇ ਵਿੱਚ ਮਨ, ਚਿੱਤ, ਬੁੱਧੀ, ਅਹੰਕਾਰ, ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਧੀਰਜ, ਧਰਮ, ਦਇਆ, ਇਹ ਸਾਰੇ ਇੱਕੋ ਚੀਜ਼ ਦੇ ਨਾਂ ਨੇ। ਜਿਵੇਂ ਦੀ ਭਾਵਨਾ ਬਣਦੀ, ਉਹ ਸਰੂਪ ਅੰਦਰੋਂ ਕੰਮ ਕਰਨਾ ਸ਼ੁਰੂ ਕਰ ਦਿੰਦਾ, ਉਵੇਂ ਦਾ ਸਰੂਪ ਬਣ ਜਾਂਦਾ ਉਹਦਾ। ਜਿਵੇਂ ਦੁੱਧ ਇੱਕ ਹੈ ਨਾ, ਭਾਈ ਗੁਰਦਾਸ ਜੀ ਨੇ ਬੜੀ ਸੋਹਣੀ ਉਦਾਹਰਨ ਦਿੱਤੀਆਂ। ਅੰਤਿਸ਼ਕਰਨ ਕੀ ਹੈ? ਇੱਕ ਦੁੱਧ ਹੈ। ਹੁਣ ਦੁੱਧ ਦੀ ਤੁਹਾਡੀ ਮਰਜ਼ੀ ਹੈ, ਦੁੱਧ ਨੂੰ ਜਮਾ ਦਿਓ ਤੇ ਦਹੀਂ ਬਣ ਜਾਏਗਾ, ਉਬਾਲ ਕੇ ਪੀ ਲਓ ਤੇ ਸਿੱਧਾ ਦੁੱਧ ਹੈ। ਉਹਨੂੰ ਰਿੜਕ ਲਓ ਤੇ ਮੱਖਣ ਬਣ ਜਾਏਗਾ, ਮੱਖਣ ਨੂੰ ਗਰਮ ਕਰ ਲਓ ਤੇ ਘਿਓ ਬਣ ਜਾਏਗਾ, ਦੁੱਧ ਨੂੰ ਖੋਇਆ ਬਣਾ ਲਓ ਤੇ ਖੋਇਆ ਬਣ ਜਾਏਗਾ, ਰਸਗੁੱਲੇ ਬਣਾਉਣੇ ਤੇ ਰਸਗੁੱਲੇ ਬਣਾ ਲਓ, ਤੁਹਾਡੀ ਮਰਜ਼ੀ। ਪਨੀਰ ਬਣਾਉਣਾ ਤੇ ਪਨੀਰ ਬਣਾ ਲਓ। ਚੀਜ਼ ਤੇ ਇੱਕੋ ਹੀ ਸੀ ਨਾ ਪਿੱਛੇ। ਸ਼ਕਤੀ ਇੱਕ ਹੀ ਹੈ ਮਨੁੱਖ ਦੇ ਅੰਦਰ, ਸੁਰਤੀ ਦੀ ਇੱਕੋ ਸ਼ਕਤੀ ਹੈ। ਉਹਨੂੰ ਜਿਵੇਂ ਦੀ ਹਵਾ ਮਿਲਦੀ ਉਵੇਂ ਦਾ ਰੂਪ ਧਾਰਨ ਕਰ ਜਾਂਦਾ। ਉਹੀ ਸ਼ਕਤੀ ਕਾਮ ਬਣਦੀ ਏ, ਉਹੀ ਸ਼ਕਤੀ ਰਾਮ ਬਣਦੀ ਏ। ਸ਼ਕਤੀ ਇੱਕੋ ਹੀ ਹੈ, ਤਾਕਤ ਵੱਖਰੀ ਨਹੀਂ ਹੈ। ਬਸ ਜਿੰਨੇ ਗੁਰੂ ਕੋਲੋਂ ਸਿੱਖ ਲਿਆ, ਨਾਨਕ ਸਤਿਗੁਰ ਭੇਟਿਆ, ਪੂਰੀ ਹੋਵੇ ਜੁਗਤ, ਹਸੰਦਿਆਂ ਖਿਲੰਦਿਆਂ ਪੈਨੰਦਿਆਂ ਖਾਵੰਦਿਆਂ, ਵਿੱਚੇ ਹੋਵੇ ਮੁਕਤ। ਉਸ ਸ਼ਕਤੀ ਨੂੰ ਕਿਵੇਂ ਸਾਧਣਾ ਹੈ, ਇਹਨੂੰ ਸਾਧਨਾ ਕਹਿੰਦੇ ਨੇ। ਤਾਂ ਮਹਾਰਾਜ ਵਾਰ-ਵਾਰ ਸਾਧੂ ਸ਼ਬਦ ਵਰਤਦੇ ਨੇ। ਤਾਂ ਗੁਣ ਗਾਉਣੇ ਨੇ ਪਰਮੇਸ਼ਰ ਦੇ, ਹਿਰਦਾ ਹੀ ਗੁਣ ਗਾ ਸਕਦਾ ਹੈ। ਔਰ ਗਾ ਕੇ ਮਹਾਰਾਜ ਨੇ 3 ਪੁਆਇੰਟ ਦਿੱਤੇ ਨੇ ਪਰਮਾਤਮਾ ਨੂੰ ਮਿਲਣ ਦੇ। ਉਹ ਕਹਿੰਦੇ ਨੇ ਗਾਵੀਐ, ਸੁਣੀਐ, ਮਨ ਰੱਖੀਐ, ਭਾਓ। ਪਹਿਲਾਂ ਉਹਨੂੰ ਗਾਓ। ਗੁਰਬਾਣੀ ਵਿੱਚ ਗਾਉਣ ਦਾ ਬੜਾ ਜ਼ਿਕਰ ਹੈ, ਵਿਚਾਰ ਦਾ ਵੀ ਜ਼ਿਕਰ ਹੈ, ਗਾਉਣ ਦਾ ਵੀ ਜ਼ਿਕਰ ਹੈ, ਵਡਿਆਈ ਦਾ ਵੀ ਜ਼ਿਕਰ ਹੈ, ਵਿਚਾਰ ਦਾ ਵੀ ਜ਼ਿਕਰ ਹੈ। ਮਹਾਰਾਜ ਕਹਿੰਦੇ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਵਿਚਾਰ ਬੁੱਧੀ ਕਰੇਗੀ, ਵਡਿਆਈ ਹਿਰਦਾ ਕਰੇਗਾ। ਹਿਰਦੇ ਤੋਂ ਬਿਨਾ ਵਡਿਆਈ ਨਹੀਂ ਹੋ ਸਕਦੀ। ਬੁੱਧੀ ਕਦੀ ਵਡਿਆਈ ਨਹੀਂ ਕਰ ਸਕਦੀ। ਬੁੱਧੀ ਤੋਲੇਗੀ, ਉਹ ਨਾਪੇਗੀ, ਉਹ ਮਿਣੇਗੀ। ਇਸ ਕਰਕੇ ਗੁਰੂ ਸਾਹਿਬ ਨੇ ਗਾਉਣ ਦਾ ਜ਼ਿਕਰ ਕੀਤਾ। ਅੱਜ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸਾਧਨਾ ਤੇ ਉਹ ਵੀ ਕਰਦੇ ਨੇ, ਚੌਂਕੜਾ ਤੇ ਲਾਉਂਦੇ ਨੇ। ਚੌਂਕੜਾ ਲਾ ਕੇ ਹੱਠ ਨਹੀਂ ਕਰਦੇ। ਇੱਥੇ ਸਾਡੇ ਵਿੱਚ ਵਿਰੋਧ ਪੈਦਾ ਹੋਇਆ। ਜਿਹੜੇ ਲੋਕਾਂ ਨੇ ਕਿਹਾ ਵੀ ਨਹੀਂ, ਉਹਨਾਂ ਚੌਂਕੜਾ ਨਹੀਂ ਸੀ ਲਾਇਆ, ਕਿਉਂਕਿ ਗੁਰਮਤਿ ਦਾ ਸਿਧਾਂਤ ਹੀ ਨਹੀਂ ਚੌਂਕੜਾ ਲਾਉਣਾ। ਗੁਰਮਤਿ ਦਾ ਸਿਧਾਂਤ ਹੈ ਚੌਂਕੜਾ ਲਾਉਣਾ। ਪਰ ਉੱਥੇ ਕਹਿਣਾ ਇਹ ਚਾਹੀਦਾ ਸੀ ਵੀ ਚੌਂਕੜਾ ਲਾ ਕੇ ਹੱਠ ਨਹੀਂ ਕੀਤਾ, ਚੌਂਕੜਾ ਲਾ ਕੇ ਗਾਇਆ ਹੈ, ਪ੍ਰੇਮ ਵਿੱਚ ਗਾਇਆ। ਹੱਠ ਕਰਨ ਵਾਲਾ ਧੱਕਾ ਕਰੇਗਾ, ਹੱਠ ਕਰਨ ਵਾਲਾ ਪਰਮਾਤਮਾ ਨਾਲ ਹਿਸਾਬ ਕਰੇਗਾ। ਉਹ ਕਹੇਗਾ ਮੈਂ ਇੰਨਾ ਕੀਤਾ, ਤੂੰ ਮੈਨੂੰ ਇੰਨਾ ਦਿੱਤਾ ਕਿਉਂ ਨਹੀਂ। ਪਰ ਗਾਉਣ ਵਾਲਾ ਹਿਸਾਬ ਨਹੀਂ ਕਰੇਗਾ। ਉਹ ਪ੍ਰੇਮ ਵਿੱਚ ਗਾਈ ਜਾ ਰਿਹਾ। ਕਦੀ ਮਾਂ ਵੀ ਬੱਚੇ ਨਾਲ ਕਦੀ ਹਿਸਾਬ ਕਰਦੀ ਕਿ ਮੈਂ ਤੈਨੂੰ ਇੰਨੇ ਘੰਟੇ ਪ੍ਰੇਮ ਕੀਤਾ। ਇਸ ਲਈ ਇਹ ਅਸੀਂ ਲਿਖਿਆ ਜਾਂ ਅਸੀਂ ਬੋਲਨੇ ਆ ਕਿ 27 ਸਾਲ ਜਾਂ 27 ਸਾਲ। ਇਹ ਗੁਰੂ ਤੇਗ ਬਹਾਦਰ ਸਾਹਿਬ ਨੂੰ 27 ਸਾਲ ਚੇਤੇ ਨਹੀਂ ਸਨ। ਅਸੀਂ ਤੇ ਗਿਣਾਂਗੇ, ਕਿਉਂਕਿ ਅਸੀਂ ਇਤਿਹਾਸ ਦੇ ਪੰਨੇ ਵਹਿੰਦੇ ਵੀ ਇੰਨੇ ਸਾਲ ਕੀ ਕਰਦੇ ਰਹੇ। ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਪੁੱਛ ਕੇ ਵੇਖੋ, ਜਿੱਦਣ ਨੂੰ ਨਿਕਲੇ, ਜਿੱਦਣ ਉਹਨਾਂ ਪਹਿਲੇ ਦਿਨ ਕਿਹਾ ਸਾਧੂ ਮਨ ਕਾ ਮਾਣ
ਤਿਆਗੋ ਪਹਿਲਾ ਸ਼ਬਦ ਹੈ। ਉਹਨਾਂ ਨੂੰ ਪੁੱਛਾਂਗੇ ਤੇ ਉਹ ਕਹਿਣਗੇ, ਜੇ ਕਿਸੇ ਨੇ ਕਿਹਾ ਮਹਾਰਾਜ ਆਪ ਤੇ ਇੰਨੇ ਸਾਲ ਬੰਦਗੀ ਵਿੱਚ ਲੀਨ, ਮੈਂ ਇਹ ਨਹੀਂ ਕਹਿੰਦਾ ਵੀ ਰੋਟੀ ਨਹੀਂ ਸਨ ਖਾਂਦੇ ਜਾਂ ਕਿਸੇ ਨਾਲ ਗੱਲ ਹੀ ਨਹੀਂ ਸਨ ਕਰਦੇ, ਨਹੀਂ, ਪ੍ਰਸ਼ਾਦਾ ਪਾਣੀ ਛਕਦੇ ਸੀ, ਪਰ ਉਸ ਸਿਧਾਂਤ ਦੇ ਮੁਤਾਬਕ ਜਿਹਨੂੰ ਭਾਈ ਗੁਰਦਾਸ ਜੀ ਕਹਿੰਦੇ ਨੇ ਗੁਰਸਿੱਖ ਜਿਹੜਾ ਇਸ ਤਰ੍ਹਾਂ ਥੋੜਾ ਸੌਣਾ ਥੋੜਾ ਖਾਣਾ ਦਾ ਸਿਧਾਂਤ ਸੀ ਉਹਨਾਂ ਦਾ, ਲੋੜ ਮਾਤਰ ਸਰੀਰ ਦੇ ਚਲਾਉਣ ਵਾਸਤੇ। ਬਾਹਰ ਵੀ ਨਿਕਲਦੇ ਸਨ, ਇਸ਼ਨਾਨ ਪਾਣੀ ਵੀ ਕਰਦੇ ਸਨ, ਸੈਰ ਵੀ ਕਰਕੇ ਆਉਂਦੇ ਸਨ। ਮਹਾਰਾਜ ਨੇ ਘੋੜੀ ਵੀ ਰੱਖੀ ਹੋਈ ਸੀ, ਤਾਂ ਹੀ ਕਹਿੰਦੇ ਨਾ ਵੀ ਜਦੋਂ ਸ਼ੀਹੇ ਮਸੰਦ ਨੇ ਗੁਰੂ ਸਾਹਿਬ ਦੇ ਉੱਤੇ ਗੋਲੀ ਚਲਾਈ ਏ ਤੇ ਗੁਰੂ ਸਾਹਿਬ ਘੋੜੀ ਤੇ ਚੜ੍ਹ ਕੇ ਬਾਹਰੋਂ ਸੈਰ ਕਰਕੇ ਵਾਪਸ ਆ ਰਹੇ ਸਨ, ਇਹਦਾ ਮਤਲਬ ਘੋੜੀ ਤੇ ਚੜ੍ਹ ਕੇ ਆ ਰਹੇ ਸਨ ਤੇ ਘਰ ਦੇ ਵਿੱਚ ਸਹੂਲਤਾਂ ਸਾਰੀਆਂ ਹੈ ਸਨ। ਘੋੜੀ ਉਦੋਂ ਇਸ ਤਰ੍ਹਾਂ ਦਾ ਸਾਧਨ ਸੀ ਜਿਵੇਂ 10-15 ਲੱਖ ਦੀ ਗੱਡੀ ਖੜੀ ਹੁੰਦੀ ਘਰ ਦੇ ਵਿੱਚ ਆਪਣੇ ਵਿੱਚ, ਇਹਦਾ ਮਤਲਬ ਸਹੂਲਤਾਂ ਹੈ। ਇੱਥੋਂ ਅਸੀਂ ਅਨੁਮਾਨ ਲਾ ਲੈਂਦੇ ਹਾਂ ਕਿ ਸਹੂਲਤਾਂ ਹੈ ਸਨ, ਸਹੂਲਤਾਂ ਹੈ ਸਨ, ਪਰ ਗੁਰੂ ਨੇ ਇਹ ਦੱਸਣਾ ਸੀ ਸੰਸਾਰ ਨੂੰ ਕਿ ਇਹਨਾਂ ਸਹੂਲਤਾਂ ਦੇ ਵਿੱਚ ਵੀ ਰਹਿ ਕੇ ਕਿਵੇਂ ਸਾਧਨਾ ਕੀਤੀ ਜਾ ਸਕਦੀ ਹੈ। ਨਹੀਂ ਤੇ ਅਸੀਂ ਸਾਧਨਾ ਕਰਨ ਵਾਲਿਆਂ ਨੂੰ ਇਹ ਕਹਿ ਕੇ ਗਰੀਬੀ ਦੇ ਤੌਰ ਤੇ ਸਾਧਨਾ ਕਰਦੇ ਨੇ। ਸਵਾਦ ਤਾਂ ਆਉਂਦਾ ਹੀ ਉਦਣ ਹੈ ਜਿੱਦਣ ਦੀਸਤ ਮਾਸ ਨਾ ਖਾਏ ਬਿਲਾਈ, ਜਿੱਦਣ ਮਾਸ ਸਾਹਮਣੇ ਪਿਆ ਹੋਵੇ ਤੇ ਬਿੱਲੀ ਮਾਸ ਖਾਣਾ ਛੱਡਦਾ ਹੈ। ਅਸਲੀ ਤੇ ਕੰਮ ਸ਼ੁਰੂ ਹੀ ਉਦੋਂ ਹੁੰਦਾ ਜਦੋਂ ਬਿੱਲੀ ਨੂੰ ਮਾਸ ਮਿਲੇ ਹੀ ਨਾ। ਇੱਕ ਹੋਰ ਅਵਸਥਾ ਹੈ, ਮੈਂ ਇਹਨੂੰ ਰੱਦ ਨਹੀਂ ਕਰ ਰਿਹਾ ਤਿਆਗ ਨੂੰ, ਤਿਆਗ ਦੀ ਵੀ ਕਿਸੇ ਸਮੇਂ ਤੇ ਕਲਾਸ ਹੈ। ਕੱਲ ਆਪਾਂ ਵਿਚਾਰਿਆ ਸੀ, ਗੁਰੂ ਸਾਹਿਬ ਨੇ ਤਿਆਗ ਦੀ ਵੀ ਗੱਲ ਕੀਤੀ। ਉਹ ਕਹਿੰਦੇ ਵਿਚਾਰ ਬਾਅਦ ਵਿੱਚ ਕਰਿਆ ਜੇ, ਪਹਿਲਾਂ ਭੱਜ ਜਾਓ। ਕੱਲ ਵਿਚਾਰ ਆਪਾਂ ਕੀਤੀ ਸੀ, ਕਾਮ ਕ੍ਰੋਧ ਸੰਗਤ ਦੁਰਜਨ ਕੀ ਤਾਂ ਤੇ ਐ ਨਿਸ ਭਾਗੋ। ਉੱਥੇ ਇਹ ਖਲੋ ਕੇ ਨਾ ਸੋਚੀ ਕਿ ਮੈਂ ਵਿਚਾਰ ਕਰਕੇ ਇਹਨੂੰ ਛੱਡ ਦਿਆਂਗਾ, ਮਨਮੁਖ ਤੋਂ ਦੂਰ ਭੱਜ ਜਾ ਤਿਆਗ ਦੇ ਨੂੰ। ਉੱਥੇ ਇਸ ਤਰ੍ਹਾਂ ਕਿਉਂ ਕਿਹਾ ਹੈ? ਕਿਉਂਕਿ ਅਜੇ ਉੱਥੇ ਉਹ ਸਾਧਕ ਜਿਹੜਾ ਪਹਿਲੀ ਕਲਾਸ ਵਿੱਚ ਪੜ੍ਹ ਰਿਹਾ ਹੈ, ਉੱਥੇ ਉਹ ਕੱਚਾ ਹੈ। ਹਰ ਇੱਕ ਬੰਦੇ ਦੇ ਸਮੇਂ ਦੇ ਮੁਤਾਬਕ ਉਹਦੇ ਜੀਵਨ ਦੀਆਂ ਅਵਸਥਾਵਾਂ ਬਦਲਦੀਆਂ ਹਨ। ਸਾਨੂੰ ਆਪਣੀ ਅਵਸਥਾ ਵੱਲ ਵੇਖਣਾ ਚਾਹੀਦਾ ਹੈ, ਨਾ ਕਿ ਸਾਨੂੰ ਗੁਰੂ ਸਾਹਿਬ ਵੱਲ ਵੇਖਣਾ ਚਾਹੀਦਾ ਵੀ ਗੁਰੂ ਸਾਹਿਬ ਇਹ ਕਰਦੇ ਸੀ। ਬੜੇ ਲੋਕ ਆਏ ਨਾ, ਕਹਿੰਦੇ ਅੰਮ੍ਰਿਤ ਵੇਲਾ ਤੇ 24 ਘੰਟੇ ਹੁੰਦਾ, ਅੰਮ੍ਰਿਤ ਵੇਲੇ ਦੀ ਲੋੜ ਹੀ ਨਹੀਂ, ਉਦੋਂ ਤੇ ਸੌਣ ਦਾ ਟਾਈਮ ਹੁੰਦਾ। ਇਹ ਕਿਉਂ ਕਹਿਣ ਲੱਗ ਪਏ? ਕਿਉਂਕਿ ਇਹਨਾਂ ਨੇ ਗੁਰਮਤ ਦਾ ਅਧਿਐਨ ਨਹੀਂ ਕੀਤਾ ਤੇ ਕਿਸੇ ਕੋਈ 40-50 ਸਾਲ ਹੰਢੇ ਬੰਦੇ ਦੇ ਕੋਲ ਕੋਈ ਨਹੀਂ ਬੈਠੇ। ਉਹ ਹੀ ਉਛਲਦਾ ਜਾਂ ਗਿਆਨ ਜਿਹੜਾ ਆਇਆ ਉਹ ਠੋਕ ਦਿੱਤਾ। ਕਿਹੜੇ ਬੰਦੇ ਵਾਸਤੇ ਕਿਹੜੀ ਅਵਸਥਾ ਹੈ? 24 ਘੰਟੇ ਅੰਮ੍ਰਿਤ ਵੇਲਾ ਹੈ, ਪਰ ਕਿਹਦੇ ਵਾਸਤੇ ਇਹ ਨਹੀਂ ਸੋਚਿਆ। ਜਿਹੜੇ ਬੰਦੇ ਨੇ ਕਦੀ 15 ਮਿੰਟ ਬਹਿ ਕੇ ਜਪਜੀ ਸਾਹਿਬ ਨਹੀਂ ਪੜਿਆ, ਉਹਨੂੰ ਕਹੋਗੇ ਤੁਸੀਂ ਤੇਰਾ 24 ਘੰਟੇ ਅੰਮ੍ਰਿਤ ਵੇਲਾ ਹੈ, ਕਿਵੇਂ ਹੋਵੇਗਾ 24 ਘੰਟੇ ਅੰਮ੍ਰਿਤ ਵੇਲਾ? ਉਹਦਾ ਹੋ ਹੀ ਨਹੀਂ ਸਕਦਾ। ਅਵਸਥਾ ਹੈ। ਇੱਕ ਬੱਚਾ ਅਜੇ 2 ਦਿਨਾਂ ਦਾ ਹੈ, ਉਹਨੂੰ ਡਾਕਟਰ ਕਹਿੰਦੇ ਨੇ ਇਹਨੂੰ ਟੈਂਪਰੇਚਰ ਵਿੱਚ ਰੱਖੋ, ਇਹਨੂੰ ਇੰਨੀ ਗਰਮੀ ਵਿੱਚ ਰੱਖੋ, ਇਹਨੂੰ ਹਵਾ ਨਹੀਂ ਲੱਗਣੀ ਚਾਹੀਦੀ, ਇੰਨੇ ਕੰਬਲ ਵਲੇਟ ਕੇ ਰੱਖੋ ਇਹਨੂੰ, ਕਿਉਂਕਿ ਅਜੇ 2 ਦਿਨਾਂ ਦਾ ਹੋਇਆ। ਉਹਦੇ ਵਾਸਤੇ ਅਵਸਥਾ ਵੱਖਰੀ ਹੈ। ਪਰ ਜਿੱਦਣ ਉਹ ਹੀ ਬੱਚਾ 20 ਸਾਲਾਂ ਦਾ ਹੋ ਗਿਆ, ਉਹ ਸਰੀਰ ਦੇ ਵਸਤਰ ਲਾ ਕੇ ਤੇ ਜੇ ਖਿਡਾਰੀ ਹੈ ਤੇ ਠੰਡੀ ਹਵਾ ਵਿੱਚ ਪੋਹ ਦੇ ਦਿਨਾਂ ਦੇ ਵਿੱਚ, ਜਨਵਰੀ ਦੇ ਦਿਨਾਂ ਦੇ ਵਿੱਚ ਠੰਡੀ ਹਵਾ ਦੇ ਵਿੱਚ ਦੌੜਦਾ ਹੈ, ਭੱਜਦਾ ਹੈ 10-15 ਦੇ ਟੈਂਪਰੇਚਰ ਦੇ ਵਿੱਚ, ਤੇ ਉਹਨੂੰ ਕੁਝ ਨਹੀਂ ਹੁੰਦਾ। ਇੱਕ ਸਮੇਂ ਕੁਝ ਹੁੰਦਾ ਹੈ, ਇੱਕ ਸਮੇਂ ਕੁਝ ਨਹੀਂ ਹੁੰਦਾ। ਇੱਕ ਸਮਾਂ ਹੈ ਜਦੋਂ ਅੰਮ੍ਰਿਤ ਵੇਲਾ ਚੌਥਾ ਪਹਿਰ ਹੀ ਹੈ ਸਿਰਫ, ਜਦੋਂ ਸਿੱਖ ਸਾਧਨਾ ਸ਼ੁਰੂ ਕਰ ਰਿਹਾ ਹੈ, ਉਦੋਂ ਹੋਰ ਕੋਈ ਅੰਮ੍ਰਿਤ ਵੇਲਾ ਨਹੀਂ ਹੈ। ਇੱਕ ਸਮਾਂ ਆਵੇਗਾ ਜਿੱਦਣ ਸਿੱਖ ਵਾਸਤੇ, ਜਦੋਂ ਉਹ ਅੰਦਰੂਨੀ ਤੌਰ ਤੇ ਜਵਾਨ ਹੋ ਗਿਆ, ਸ਼ਕਤੀਸ਼ਾਲੀ ਹੋ ਗਿਆ ਸਿਮਰਨ ਕਰਕੇ, ਪਾਵਰਫੁਲ ਹੋ ਗਿਆ, ਉਦੋਂ ਉਹਦੇ ਵਾਸਤੇ ਤੁਸੀਂ ਇਹ ਵੀ ਗੱਲ ਛੋਟੀ ਰਹਿ ਗਈ ਕਿ 24 ਘੰਟੇ ਅੰਮ੍ਰਿਤ ਵੇਲਾ ਹੈ, ਉਹਦੇ ਵਾਸਤੇ ਤੇ ਸ਼ਬਦ ਵਰਤਣਾ ਚਾਹੀਦਾ ਜਿੱਦਣ ਇਸ ਬੰਦੇ ਦੀ ਮੌਤ ਹੋ ਗਈ, ਇਹਦਾ ਸੰਸਕਾਰ ਹੋ ਗਿਆ, ਇਹਦਾ ਅੰਮ੍ਰਿਤ ਵੇਲਾ ਉਦੋਂ ਵੀ ਚੱਲਦਾ ਰਹਿਣਾ, ਲਗਾਤਾਰ ਜਾਰੀ ਰਹੇਗਾ। ਪਰ ਜਦੋਂ ਅਨਾੜੀ ਬੰਦੇ ਗਿਆਨ ਝਾੜਨ ਲੱਗ ਪੈਂਦੇ ਨੇ ਤੇ ਉਵੇਂ ਦੇ ਅਸੀਂ ਆ ਪਿੱਛੇ ਢੇਰਾਂ ਦੇ ਢੇਰ ਤੁਰਨ ਵਾਲੇ, ਅਸੀਂ ਵੇਖਣਾ ਨਹੀਂ, ਸੁਣਨਾ ਨਹੀਂ। ਮੇਰੇ ਖਿਆਲ ਵਿੱਚ ਅੱਜ ਦੇ ਮਨੁੱਖ ਦੇ ਕੋਲ, ਅਸੀਂ ਕਹਿੰਦੇ ਅੱਜ ਪੜ੍ਹਾਈ ਜ਼ਿਆਦਾ ਹੈ,
ਪੜ੍ਹਾਈ ਨਹੀਂ ਜ਼ਿਆਦਾ, ਪਦਾਰਥ ਜ਼ਿਆਦਾ ਹੈ। ਤੇ ਜਿੰਨਾ ਪਦਾਰਥ ਜ਼ਿਆਦਾ ਵਧੇਗਾ ਉਨਾ ਗਿਆਨ ਘਟੇਗਾ ਦੁਨੀਆ ਦੇ ਵਿੱਚ। ਇਹ ਕਦੀ ਵੇਖ ਲੈਣਾ ਹੈ, ਨਾਪ ਤੋਲ ਹੈ। ਕਿਤੇ ਵਿਰਲਾ ਥਾਂ ਹੋਵੇਗਾ ਜਿਸ ਥਾਂ ਤੇ ਗੁਰੂ ਕੇ ਸਵਾਰਿਓ ਇਹ ਚੀਜ਼, ਦੋਵੇਂ ਚੀਜ਼ਾਂ ਇਕੱਠੀਆਂ ਹੋ ਜਾਣ, ਵੀ ਪਦਾਰਥ ਵੀ ਬੰਦੇ ਦੇ ਕੋਲ ਹੋਵੇ ਤੇ ਗੁਰੂ ਸਾਹਿਬ ਨੇ ਕਰਕੇ ਵਿਖਾਇਆ ਨਾ। ਇਸ ਕਰਕੇ ਗਾਉਣ ਦੀ ਗੱਲ ਕਰਦੇ ਨੇ ਗੁਰੂ ਤੇਗ ਬਹਾਦਰ ਸਾਹਿਬ, ਕਹਿੰਦੇ ਗਾਉਣਾ ਹੈ। ਕਿਉਂਕਿ ਜੇ ਤੂੰ ਕੱਲੀ ਸਮਝ ਦੇ ਤਲ ਦੇ ਉੱਤੇ ਗੱਲ ਕਰੇਗਾ ਤੇ ਤੇਰਾ ਗਾਉਣਾ ਨਹੀਂ ਰਹਿਣਾ। ਫਿਰ ਤੂੰ ਕੱਲੀ ਵਿਚਾਰ ਕਰੇਗਾ ਤੇ ਵਿਚਾਰ ਤੈਨੂੰ ਬੁੱਧੀ ਦੇ ਤਲ ਤੋਂ ਅੱਗੇ ਨਹੀਂ ਜਾਣ ਦੇਗੀ। ਤੇ ਪਰਮਾਤਮਾ ਦਾ ਦੇਸ਼ ਹੀ ਮਨ ਤੋਂ ਤੇ ਬੁੱਧੀ ਤੋਂ ਅਗਲੀ ਦੁਨੀਆ ਵਿੱਚ ਸ਼ੁਰੂ ਹੁੰਦਾ ਹੈ। ਉਦੋਂ ਪਹਿਲਾਂ ਤੇ ਉਹਦਾ ਗੇਟ ਹੀ ਨਹੀਂ ਆਉਂਦਾ। ਉਹ ਦਿਲ ਦਾ ਦੁਆਰ ਹੈ, ਉਹ ਹਿਰਦੇ ਦਾ ਦੁਆਰ ਹੈ। ਇਸ ਕਰਕੇ ਗੁਰੂ ਸਾਹਿਬ ਕਹਿੰਦੇ, ਜਿਨ ਹਰ ਹਿਰਦੈ ਨਾਮ ਨਾ ਬਸਿਓ ਤਿਨ ਮਾਤ ਕੀਜੈ ਹਰ ਬਾਂਝਾ। ਇੱਥੇ ਹਿਰਦੇ ਦੇ ਵਿੱਚ ਕਿਹਾ ਹੈ, ਇੱਥੇ ਮਸਤਕ ਦੇ ਵਿੱਚ ਨਹੀਂ ਕਿਹਾ। ਖੈਰ ਮੈਂ ਬਹੁਤੀ ਵਿਸਤਾਰ ਵਿੱਚ ਨਾ ਜਾਵਾਂ। ਜਿਵੇਂ ਕਿ ਲੜੀਵਾਰ ਸ਼ਬਦ ਨੇ ਤਾਂ ਗੋਬਿੰਦ ਦੇ ਗੁਣ ਗਾਉਣੇ ਨੇ। ਇਹ ਗੁਣ ਕੀ ਨੇ ਆਪਾਂ ਕਿਸੇ ਦਿਨ ਹੋਰ ਵਿੱਚ ਲਾਵਾਂਗੇ, ਕਿਉਂਕਿ ਇਸ ਤਰ੍ਹਾਂ ਫਿਰ ਆਪਣੇ ਜਿਹੜਾ ਟਾਰਗੇਟ ਹੈ 59 ਸ਼ਬਦਾਂ ਦਾ, ਉਹਦੇ ਤੱਕ ਵੀ ਆਪਾਂ ਪਹੁੰਚਣਾ 12 ਤਰੀਕ ਦੇ ਤੱਕ। ਤਾਂ ਗੁਰੂ ਸਾਹਿਬ ਕਰਦੇ ਹਨ, ਸਾਧੋ ਇੱਕ ਵਾਰੀ ਪੜੋ ਗੋਬਿੰਦ ਕੇ ਗੁਣ ਗਾਵੋ। ਸਾਧੋ ਗੋਬਿੰਦ ਕੇ ਗੁਣ ਗਾਵੋ। ਹੇ ਗੁਰਮੁਖ ਪਿਆਰਿਓ, ਵਾਹਿਗੁਰੂ ਦੇ ਗੁਣ ਗਾਓ, ਉਹਦੀ ਅਭਿਆਸ ਕਰੋ ਬਾਣੀ ਦਾ। ਅੰਮ੍ਰਿਤ ਵੇਲੇ ਉਠੋ, ਨਿਤਨੇਮ ਕਰੋ, ਮੂਲ ਮੰਤਰ ਗੁਰ ਮੰਤਰ ਦਾ ਅਭਿਆਸ ਕਰੋ। ਤੇ 5 ਪਿਆਰਿਆਂ ਦੁਆਰਾ, 10 ਗੁਰੂ ਸਾਹਿਬਾਨ ਦੁਆਰਾ ਦਿੱਤੀ ਹੋਈ ਸਾਧਨਾ ਮਰਿਆਦਾ ਜਿਹੜੀ ਹੈ, ਉਸ ਮਰਿਆਦਾ ਨੂੰ ਪਾਲਣਾ ਕਰੋ। ਮਾਨਸ ਜਨਮ ਅਮੋਲਕ ਪਾਇਓ। ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ, ਇਹ ਜਿਹੜਾ ਮਨੁੱਖਾ ਤਨ ਹੈ, ਮਨੁੱਖਾ ਸਰੀਰ ਹੈ, ਇਹ ਬੜਾ ਕੀਮਤੀ ਹੈ। ਅੱਜ ਤੈਨੂੰ ਇਹਦਾ ਪਤਾ ਨਹੀਂ, ਕਿਉਂਕਿ ਤੇਰੇ ਕੋਲ ਹੈ। ਜਦੋਂ ਹੱਥੋਂ ਨਿਕਲੇਗਾ ਉਦੋਂ ਪਤਾ ਲੱਗੇਗਾ। ਇਸ ਲਈ ਵਿਅਕਤੀ ਉਸ ਦਿਨ ਕਲਪਦਾ ਹੈ ਕਿ ਮੈਨੂੰ ਇੱਕ ਰਾਤ ਦੇ ਦਿਓ। ਕਬੀਰ ਸਾਹਿਬ ਜੀ ਦੀ ਬਾਣੀ ਵਿੱਚ ਆਇਆ ਕਿ ਮੌਤ ਨੂੰ ਵੀ, ਜਮਦੂਤਾਂ ਨੂੰ ਵੀ ਇੱਕ ਦਿਨ ਕਹਿੰਦਾ ਹੈ ਅਖੀਰਲੇ ਦਿਨ, ਵੀ ਅੱਜ ਦੀ ਰਾਤ ਮੈਨੂੰ ਦੇ ਦਿਓ। ਉਦੋਂ ਵੀ ਮਾਇਆ ਦੀ ਗੱਲ ਕਰਦਾ ਵੀ ਹੋਰ ਇਕੱਠੇ ਕਰ ਲਾਂ ਤੇ ਅੱਧੇ ਤੁਹਾਨੂੰ ਦੇ ਦਿਆਂਗਾ, ਅੱਧੇ ਮੈਂ ਆਪ ਰੱਖ ਲਾਂਗਾ। ਪਰ ਮਹਾਰਾਜ ਕਹਿੰਦੇ ਕਿੱਡਾ ਮੋਲਕ ਸਰੀਰ ਸੀ। ਇਸ ਮਾਨਸ ਜਨਮ, ਮਨੁੱਖਾ ਸਰੀਰ ਅਮੋਲਕ ਪ੍ਰਾਪਤ, ਇਹਦੀ ਕੋਈ ਕੀਮਤ ਨਹੀਂ ਹੈ। ਬਿਰਥਾ ਕਾਹੇ ਗਵਾਵੋ ਰਹਾਉ। ਇਹਨੂੰ ਬਿਰਥਾ ਕਿਉਂ ਗਵਾ ਰਹੇ ਹੋ? ਇਹਨੂੰ ਐਵੇਂ ਸਾਰਾ ਦਿਨ ਭੱਜ ਦੌੜ ਵਿੱਚ ਕਿਉਂ ਗਵਾ ਰਹੇ ਹੋ? ਨਿਤਨੇਮ ਕਿਉਂ ਨਹੀਂ ਕਰਦਾ ਤੂੰ? ਅਭਿਆਸ ਬਾਣੀ ਦਾ ਕਿਉਂ ਨਹੀਂ ਕਰਦਾ? ਗੁਰਬਾਣੀ ਦੀ ਵਿਚਾਰ ਕਿਉਂ ਨਹੀਂ ਕਰਦਾ? ਐਵੇਂ ਵਿਅਰਥ ਦੇ ਵਿੱਚ ਏਡੇ ਵੱਡੇ ਹੀਰੇ ਨੂੰ ਮਿੱਟੀ ਵਿੱਚ ਕਿਉਂ ਰੋਲਦੇ ਹੋ? ਪਤਿਤ ਪੁਨੀਤ ਦੀਨ ਬੰਦ ਹਰ। ਜਿਹੜਾ ਵਾਹਿਗੁਰੂ ਪਤਿਤ ਮੈਨੇ ਮੈਲਾ, ਪੁਨੀਤ ਪਵਿੱਤਰ, ਮੈਲਿਆਂ ਨੂੰ ਪਵਿੱਤਰ ਕਰਨ ਵਾਲਾ ਹੈ, ਪਾਪੀਆਂ ਨੂੰ, ਅਪਰਾਧੀਆਂ ਨੂੰ ਬਖਸ਼ਣ ਵਾਲਾ ਹੈ, ਗਰੀਬਾਂ ਦਾ ਸਹਾਈ ਹੈ, ਹਰੀ ਹਰਨ ਕਰਨ ਵਾਲਾ, ਪਾਪਾਂ ਨੂੰ ਹਰ ਲੈਣ ਵਾਲਾ। ਸਰਨ ਤਾਹੇ ਤੁਮ ਆਵੋ। ਐਸੇ ਵਾਹਿਗੁਰੂ ਦੀ ਸ਼ਰਨ ਵਿੱਚ ਤੁਸੀਂ ਆਓ, ਹੇ ਗੁਰਮੁਖ ਪਿਆਰਿਓ। ਗਜ ਕੋ ਤਰਾਸ ਮਿਟਿਓ ਜਿਹ ਸਿਮਰਤ। ਗਜ ਇੱਕ ਹਾਥੀ ਸੀ, ਜਿਹੜਾ ਪੁਰਾਣਕ ਕਥਾਵਾਂ ਦੇ ਮੁਤਾਬਕ ਇੱਕ ਗੰਧਰਵ ਸੀ, ਗਵਈਆ ਸੀ, ਤੇ ਇੱਥੇ ਹਾਥੀ ਬਣ ਗਿਆ। ਇਹ ਕਦੀ ਕਦੀ ਐਕਸੀਡੈਂਟਲੀ ਮਨੁੱਖ ਦੀ ਜੂਨ ਵਿੱਚੋਂ ਵਿਅਕਤੀ ਜਲਦੀ ਜਾਨਵਰ ਦੀ ਜੂਨ ਵਿੱਚ ਆ ਜਾਂਦਾ, ਪਰ ਉਹਦੇ ਵਿੱਚ ਗਿਆਤ ਮਨੁੱਖਾਂ ਵਾਲੀ ਹੁੰਦੀ। ਤੇ ਬਹੁਤੀ ਵਾਰੀ ਮਨੁੱਖ ਜਿਹੜਾ ਬੜੀ ਜਲਦੀ ਪਸ਼ੂ ਜੂਨ ਵਿੱਚ ਜਾਂਦਾ ਹੈ, ਤੇ ਕਈ ਵਾਰੀ ਪਸ਼ੂ ਜਿਹੜਾ ਹੈ ਬਹੁਤੀ ਵਾਰੀ ਮਨੁੱਖਾ ਜੂਨ ਵਿੱਚ ਵੀ ਆ ਜਾਂਦਾ। ਇਸ ਲਈ ਆਪਾਂ ਕਹਿੰਦੇ ਫਲਾਣਾ ਬੰਦਾ, ਪੰਜਾਬੀ ਵਿੱਚ ਬੋਲਦੇ ਆ, ਕਹਿੰਦੇ ਡੰਗਰ ਹੈ। ਸਰੀਰ ਪਸ਼ੂ ਦਾ ਨਹੀਂ ਉਹਦਾ, ਉਹ ਕਿਤੇ ਜਲਦੀ ਪਸ਼ੂਆਂ ਦੀਆਂ ਜੂਨਾਂ ਵਿੱਚੋਂ ਮਨੁੱਖ ਵਿੱਚ ਆਇਆ, ਵਿਕਾਸ ਨਹੀਂ ਕਰ ਸਕਿਆ। ਇਹ ਕਿਤੇ ਹਾਥੀ ਸੀ, ਪਰ ਇਹਦੇ ਅੰਦਰ ਸਮਝ ਸੀ ਮਨੁੱਖ ਵਾਲੀ। ਗੱਜ ਕੋ ਤਰਾਸ, ਤਰਾਸ ਮੈਨੇ ਡਰ। ਇਹ ਪਾਣੀ ਪੀਣ ਗਿਆ ਦਰਿਆ ਤੇ, ਇਹਨੂੰ ਤੇਂਦੂਏ ਨੇ ਫੜ ਲਿਆ, ਖਿੱਚ ਲਿਆ ਪਾਣੀ ਦੇ ਵਿੱਚ, ਪਰ ਇਹਦੇ ਵਿੱਚ ਗਿਆਤ ਸੀ ਪਰਮੇਸ਼ਰ ਨੂੰ ਯਾਦ ਕਰਨ ਦੀ। ਇਹਨੇ ਆਪਣੀ ਭਾਸ਼ਾ ਵਿੱਚ, ਪਰਾ ਬਾਣੀ ਦੇ ਵਿੱਚ 4 ਬਾਣੀਆਂ ਹੁੰਦੀਆਂ ਨੇ, ਜ਼ਰੂਰੀ ਨਹੀਂ ਇਹਦੇ ਨਾਲ ਹੀ ਬੋਲਣਾ ਜਿਹੜੀ ਆਪਾਂ ਬੋਲਨੇ।
ਚੌਥੀ ਬਾਣੀ ਪਰਾ ਬਾਣੀ, ਜਿੱਥੇ ਭਾਵ ਹੀ ਕੰਮ ਕਰਦੇ ਨੇ ਉੱਥੇ ਲਫ਼ਜ਼ ਨਹੀਂ ਕੰਮ ਕਰਦੇ। ਉਸ ਪਰਾ ਬਾਣੀ ਦੇ ਰਾਹੀਂ ਇਹਨੇ ਪਰਮੇਸ਼ਰ ਨੂੰ ਯਾਦ ਕੀਤਾ ਤੇ ਪਰਮੇਸ਼ਰ ਨੇ ਇਹਨੂੰ ਛਡਾ ਲਿਆ ਡਰ ਤੋਂ। ਉਹਨੂੰ ਕਹਿੰਦੇ ਗੱਜ ਕੋ ਤਰਾਸ ਮਿਟਿਓ ਜਿਹ ਸਿਮਰਤ, ਜਿਹਦਾ ਸਿਮਰਨ ਕਰਨ ਕਰਕੇ ਹਾਥੀ ਛੁੱਟ ਗਿਆ। ਤੁਮ ਕਾਹੇ ਬਿਸਰਾਵੋ, ਤੂੰ ਤਾਂ ਮਨੁੱਖ ਹੈ, ਤੂੰ ਤਾਂ ਆਦਮੀ ਹੈ। ਐਸੇ ਵੈਗੁਰੂ ਨੂੰ ਜੋ ਇੰਨਾ ਮਹਾਨ ਹੈ ਕਿਉਂ ਭੁਲਾਉਂਦਾ ਹੈ? ਆਪਣੇ ਮਨ ਵਿੱਚੋਂ ਸਿਮਰਨ ਨਿਤਨੇਮ ਕਿਉਂ ਨਹੀਂ ਕਰਦਾ? ਤਜ ਅਭਿਮਾਨ ਮੋਹ ਮਾਇਆ ਫੁਨ। ਮਹਾਰਾਜ ਜੀ ਕਿਵੇਂ ਕਰੀਏ? ਤਰੀਕਾ ਦੱਸੋ। ਕਹਿਣ ਲੱਗੇ ਇਹਦੇ ਵਾਸਤੇ ਤੈਨੂੰ ਕੁਝ ਤਜ ਤਿਆਗਣਾ ਵੀ ਪਏਗਾ। ਸਿੱਧਾ ਸਾਵਾ ਨਹੀਂ ਹੁੰਦਾ ਵੀ ਮਨ ਆਪਣੇ ਆਪ ਹੀ ਮੰਨ ਜਾਏਗਾ, ਸਿੱਧਾ ਨਹੀਂ ਮੰਨਦਾ, ਤਿਆਗ ਕਰਨਾ ਹੀ ਪਏਗਾ, ਧੱਕਾ ਕਰਨਾ ਪਏਗਾ ਤੈਨੂੰ ਮਨ ਦੇ ਨਾਲ। ਕੀ ਧੱਕਾ ਕਰਨਾ ਪਏਗਾ? ਕਹਿੰਦੇ ਤਜ ਅਭਿਮਾਨ, ਅਬ ਮੈਨੇ ਹਿਰਦਾ, ਅੰਦਰ ਦਾ ਮਾਣ ਜਿਹੜਾ ਹੈ, ਹੰਕਾਰ ਹੈ, ਇਹਨੂੰ ਤਿਆਗ ਦੇ। ਇਹ ਕਹਿਣਾ ਛੱਡ ਦੇ ਮੈਂ ਇਹ ਕੀਤਾ ਮੇਰੇ ਕਰਕੇ ਹੁੰਦਾ, ਅੰਦਰੋਂ ਮੈਂ ਦੀ ਬਿਮਾਰੀ ਛੱਡ ਦੇ। ਮੋਹ ਮਾਇਆ ਫੁਨ, ਅਤੇ ਮਾਇਆ ਦਾ ਮੋਹ, ਸੰਸਾਰ ਦੇ ਪਦਾਰਥਾਂ ਦੀ ਅਟੈਚਮੈਂਟ, ਖਿੱਚ, ਜਿਹੜੀ ਤੇਰੀ ਸੁਰਤੀ ਲਗਾਤਾਰ ਸੰਸਾਰ ਦੇ ਪਦਾਰਥਾਂ ਵਿੱਚ ਵੱਜੀ ਰਹਿੰਦੀ ਹੈ। ਭਜਨ ਰਾਮ ਚਿਤ ਲਾਵੋ, ਇਹਨਾਂ ਸਾਰੀਆਂ ਚੀਜ਼ਾਂ ਨੂੰ ਤਿਆਗ ਕਰਕੇ, ਇਹਨਾਂ ਸਾਰੀਆਂ ਚੀਜ਼ਾਂ ਨੂੰ ਤਿਆਗਣ ਤੋਂ ਬਾਅਦ ਵਾਹਿਗੁਰੂ ਦੇ ਭਜਨ ਵਿੱਚ ਚਿੱਤ ਲਾ। ਭਜਨ ਸ਼ਬਦ ਬਹੁਤ ਮਿੱਠਾ ਹੈ, ਕਈ ਲਫ਼ਜ਼ ਮਿੱਠੇ ਨੇ। ਭਜਨ ਕਰਨਾ, ਸਿਮਰਨ ਵਿੱਚ ਮਨ ਨੂੰ ਲਾਵੋ। ਨਾਨਕ ਕਹਤ ਮੁਕਤ ਪੰਥ ਇਹ। ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੇ ਇੰਨੇ ਲੰਮੇ ਸਮੇਂ ਦੇ ਤਜਰਬੇ ਤੋਂ ਬਾਅਦ, ਸਿਮਰਨ ਕਰਨ ਤੋਂ ਬਾਅਦ ਇਹ ਬਚਨ ਕਹਿੰਦੇ ਨੇ, ਇਹ ਮੁਕਤ ਪੰਥ ਹੈ। ਮੁਕਤ ਮੈਨੇ ਫਰੀ ਲਾਈਫ, ਜਿਹਦੇ ਵਿੱਚ ਕਿਸੇ ਪ੍ਰਕਾਰ ਦਾ ਪ੍ਰੈਸ਼ਰ ਨਹੀਂ ਜ਼ਿੰਦਗੀ ਦੇ ਉੱਤੇ। ਮੁਕਤ ਵਿਅਕਤੀ ਕੌਣ ਹੈ? ਜਿਹਦੇ ਮਨ ਦੇ ਅਸਰ, ਜਿਹੜੇ ਸਰੀਰ ਦੇ ਰਸਾਂ ਦੇ ਅਸਰ, ਕਾਮ ਕ੍ਰੋਧ ਦਾ ਜਿਹਦੇ ਉੱਤੇ ਪ੍ਰਭਾਵ ਨਹੀਂ ਹੈ, ਉਹਨੂੰ ਜੀਵਨ ਮੁਕਤ ਕਿਹਾ ਹੈ। ਪ੍ਰਭੂ ਦੀ ਆਗਿਆ ਵਿੱਚ ਤੁਰਨ ਵਾਲਾ। ਕਹਿਣ ਲੱਗੇ ਇਹ ਮੁਕਤੀ ਦਾ ਰਸਤਾ ਹੈ ਜੀ। ਗੁਰਮੁਖ ਹੋਏ ਤੁਮ ਪਾਵੋ, ਗੁਰਮੁਖ ਬਣ ਕੇ ਗੁਰੂ ਦੇ ਹੁਕਮ ਵਿੱਚ ਤੁਰ ਕੇ ਪ੍ਰਾਪਤ ਕਰ ਲਓ ਗੁਰਮੁਖੋ। ਗੌੜੀ ਮਹੱਲਾ ਨਾਵਾ। ਨੌਵੇਂ ਪਾਤਸ਼ਾਹ ਜੀ ਫਰਮਾਉਂਦੇ ਹਨ ਗੌੜੀ ਰਾਗ ਵਿੱਚ, ਕੋ ਮਾਈ ਭੂਲਿਓ ਮਨ ਸਮਝਾਵੈ। ਕੋ ਮਾਈ, ਇੱਥੇ ਵਿਸ਼ਰਾਮ ਹੈ। ਭੂਲਿਓ ਮਨ, ਇਸ ਭੁੱਲੇ ਹੋਏ ਮਨ ਨੂੰ ਸਮਝਾਵੇ। ਕੌਣ ਸਮਝਾਵੇ? ਗੁਰੂ ਕਾ ਸਿੱਖ, ਗੁਰਮੁਖ। ਗੁਰਮੁਖ ਦੀ ਸੰਗਤ ਦਾ ਇੱਥੇ ਜ਼ਿਕਰ ਕੀਤਾ ਗਿਆ, ਗੁਰੂ ਕੇ ਸਿੱਖ ਦੀ ਸੰਗਤ ਦਾ ਜ਼ਿਕਰ ਕੀਤਾ ਗਿਆ। ਕੋਈ ਭੁੱਲੇ ਹੋਏ ਮਨ ਨੂੰ ਸਮਝਾ ਦੇਵੇ ਗੁਰਮੁਖ, ਜਿਹਦਾ ਆਪਣਾ ਮਨ ਸਮਝ ਗਿਆ ਹੈ। ਹੇ ਮਾਈ, ਹੇ ਸੁਰਤੀ, ਐਸਾ ਕੋਈ ਗੁਰਮੁਖ ਮਿਲ ਪਵੇ। ਵੇਦ ਪੁਰਾਨ ਸਾਧ ਮਗ ਸੁਨ ਕਰ। ਇਹ ਮੇਰੀ ਹਾਲਤ ਬਣੀ ਹੋਈ ਹੈ ਮੇਰੇ ਮਨ ਦੀ, ਜਿਹੜਾ ਧਾਰਮਿਕ ਪੁਸਤਕਾਂ ਦੇ ਪਾਠ ਤੇ ਕਥਾ ਵਿਚਾਰ, ਹੋਰ ਕਈ ਕੁਝ ਵੇਦ ਤੇ ਪੁਰਾਣ ਜਿਹੜੇ ਨੇ 4 ਤੇ 18 ਪੁਰਾਣ, ਇਹ ਸਾਧ ਮਗ ਸੁਣ ਕੇ ਤੇ ਸਾਧੂਆਂ ਦਾ ਮਾਰਗ ਸੁਣ ਕੇ ਵੀ ਇਹ ਜਿਹੜਾ ਮਨ ਹੈ, ਮੇਰੀ ਹਾਲਤ ਇਹ ਬਣੀ ਹੋਈ ਹੈ। ਗੱਲਾਂ ਸਾਰੀਆਂ ਸੁਣਦਾ ਵੀ ਇਹ, ਕਹਿੰਦਾ ਵੀ ਇਹ ਤੇ ਪੜ੍ਹਦਾ ਵੀ ਹੈ। ਨਿਮਖ ਨਾ ਹਰ ਗੁਣ ਗਾਵੈ ਰਹਾਉ। ਇੱਕ ਨਿਮਖ ਵਾਸਤੇ ਵੀ, ਥੋੜੇ ਟਾਈਮ ਵਾਸਤੇ ਵੀ ਟਿਕਣ ਵਾਸਤੇ ਤਿਆਰ ਨਹੀਂ, ਅੰਦਰੋਂ ਉੱਡਦਾ ਹੀ ਰਹਿੰਦਾ ਹੈ, ਅੰਦਰੋਂ ਭੱਜਦਾ ਹੀ ਰਹਿੰਦਾ ਹੈ। ਕੋਈ ਇਸ ਤਰ੍ਹਾਂ ਦਾ ਗੁਰਮੁਖ ਮਿਲੇ, ਇਹ ਭਾਵ ਹੈ ਸ਼ਬਦ ਦਾ। ਇਹ ਮਨ ਇੱਕ ਨਿਮਖ ਵੀ ਨਹੀਂ ਗਾਉਂਦਾ ਗੁਣ ਵਾਹਿਗੁਰੂ ਦੇ। ਦੁਰਲਭ ਦੇਹ ਪਾਏ ਮਾਨਸ ਕੀ। ਇਸ ਮੇਰੇ ਮਨ ਦੀ ਹਾਲਤ ਐਸੀ ਬਣੀ ਹੋਈ ਹੈ, ਦੁਰਲਭ, ਜਿਹੜੀ ਲੱਭਿਆ ਵੀ ਨਾ ਮਿਲੇ, ਜਿਹੜੀ ਖੋਜਣ ਨਾਲ, ਪੈਸਿਆਂ ਨਾਲ ਨਹੀਂ ਮਿਲਦੀ। ਕੋਈ ਬੰਦਾ ਕਵੇ ਮੈਂ 2 ਕਰੋੜ ਰੁਪਈਆ ਦੇ ਕੇ ਆਪਣਾ ਸਰੀਰ ਲੈ ਲਵਾਂਗਾ, ਮਿਲੇਗਾ? ਅਸੀਂ ਕਹਿੰਦੇ ਰੱਬ ਨੇ ਦਿੱਤਾ ਕੀ ਹੈ? ਮਹਾਰਾਜ ਕਹਿੰਦੇ ਆ ਜਿਹੜਾ ਤੇਰਾ ਸਰੀਰ ਹੈ ਨਾ, ਜੇ ਇੱਕ ਪਾਸੇ ਸਾਰੇ ਬ੍ਰਹਿਮੰਡ ਦੀ ਧਰਤੀ ਦਾ ਸੋਨਾ ਇਕੱਠਾ ਢੇਰ ਲਾ ਦੇ, ਤੈਨੂੰ ਸਰੀਰ ਨਹੀਂ ਮਿਲ ਸਕਦਾ ਉਹਦੇ ਬਦਲੇ। ਦੁਰਲਭ ਦੇ ਮੈਨੇ ਸਰੀਰ, ਇਹ ਮਨੁੱਖ ਦੀ ਦੇਹ ਜਿਹੜੀ ਹੈ,
ਇੰਨੀ ਕੀਮਤੀ ਪ੍ਰਾਪਤ ਕਰਕੇ ਵੀ ਬਿਰਥਾ ਜਨਮ ਸਿਰਾਵੈ। ਇਹ ਐਸਾ ਮੂਰਖ ਮਨ ਹੈ, ਆਪਣੀ ਜ਼ਿੰਦਗੀ ਨੂੰ ਬਿਰਥਾ ਵਿਅਰਥ ਹੀ ਐਵੇਂ ਹੀ ਸਿਰਾਵੈ ਲੰਘਾਈ ਜਾਂਦਾ ਹੈ। ਅੱਜ ਦਾ ਦਿਨ ਗੁਜ਼ਰ ਗਿਆ, ਆਹ ਮਹੀਨਾ ਗੁਜ਼ਰ ਗਿਆ, ਆਹ ਸਾਲ ਲੰਘ ਗਿਆ, ਇਹ ਟਾਈਮ ਨੂੰ ਸਫਲ ਨਹੀਂ ਕਰਦਾ, ਸਮੇਂ ਨੂੰ ਸਫਲ ਨਹੀਂ ਕਰਦਾ। ਮਾਇਆ ਮੋਹ ਮਹਾ ਸੰਕਟ ਬਨ। ਮਾਇਆ ਦੇ ਸੰਸਾਰ ਦੇ ਪਦਾਰਥਾਂ ਦੇ ਮੋਹ ਦੇ ਵਿੱਚ ਜਿਹੜਾ ਜੰਗਲ ਵਰਗਾ ਸੰਸਾਰ ਹੈ, ਬਨ ਜੰਗਲ ਵਰਗਾ ਹੈ, ਇਹਦੇ ਮਹਾ ਸੰਕਟ ਵਿੱਚ ਫਸਿਆ ਹੋਇਆ ਹੈ। ਮਹਾ ਸੰਕਟ, ਵੱਡਾ ਸੰਕਟ, ਵੱਡੀ ਸਮੱਸਿਆ। ਮਹਾ ਸੰਕਟ ਦਾ ਮਤਲਬ ਕੀ ਹੈ? ਇੱਥੇ ਜੰਗਲ ਕਿਉਂ ਕਿਹਾ ਹੈ? ਭਾਵ ਇੱਕ ਕੰਮ ਮੁੱਕਦਾ ਨਹੀਂ, ਦੂਜਾ ਪੈ ਜਾਂਦਾ, ਦੂਜਾ ਮੁੱਕਦਾ ਨਹੀਂ, ਤੀਜਾ ਪੈ ਜਾਂਦਾ। ਬਸ ਸਾਰੀ ਉਮਰ ਆਪਣੇ ਆਪਾਂ ਸਾਰੀ ਇਹਦੇ ਵਿੱਚ ਆਉਂਦੇ ਆ। ਤੁਸੀਂ ਹਿਸਾਬ ਲਾ ਕੇ ਵੇਖ ਲਓ, ਵਿਹਲੇ ਹੋ ਕੇ ਕਰਾਂਗੇ ਜੀ, ਵਿਹਲੇ ਹੋ ਕੇ ਕਰਾਂਗੇ ਨਿਤਨੇਮ, ਕਦੀ ਵੇਲ ਮਿਲਦੀ ਹੈ? ਮਹਾਰਾਜ ਨੂੰ ਪਤਾ ਸੀ, ਉਹਨਾਂ ਨੇ ਤਾਂ ਹੀ ਕਿਹਾ ਵੀ ਕੰਮ ਤੇ ਬਾਅਦ ਵਿੱਚ ਜਾਈ ਤੇ ਨਿਤਨੇਮ ਪਹਿਲਾਂ ਕਰ ਲਈ। ਕਿਉਂ? ਫਿਰ ਨਹੀਂ ਕੰਮ ਮੁੱਕਣੇ ਸਾਰਾ ਦਿਨ। ਸੂਰਜ ਦੀ ਟਿੱਕੀ ਚੜ੍ਹਨ ਦੀ ਦੇਰ ਹੈ, ਬਸ ਉਹਨੇ ਨਾਲ ਹੀ ਉਲਝਾ ਲੈਣਾ ਤੈਨੂੰ, ਉਹਦੇ ਤੋਂ ਪਹਿਲੇ ਜੋ ਕੁਝ ਕਰਨਾ ਕਰ ਲੈ। ਇਸ ਕਰਕੇ ਵੱਡੇ ਸੰਕਟ ਵਿੱਚ ਫਸਿਆ ਹੋਇਆ ਹੈ। ਤਾਸਿਓ ਰੁਚ ਉਪਜਾਵੈ। ਪਰ ਫਿਰ ਵੀ ਉਹਦੇ ਨਾਲ ਹੀ ਰੁਚੀ ਲਾਈ ਹੋਈ ਹੈ, ਇਹਨੇ ਪਿਆਰ ਪਾਇਆ ਹੋਇਆ ਹੈ। ਐਸੇ ਸੰਕਟ ਦੇ ਨਾਲ, ਐਸੀ ਸਮੱਸਿਆ ਦੇ ਵਿੱਚ ਹੀ ਸੰਸਾਰ ਵਿੱਚ ਫਸਿਆ ਰਹਿੰਦਾ ਹੈ। ਅੰਤਰ ਬਾਹਰ ਸਦਾ ਸੰਗ ਪ੍ਰਭ। ਪਰ ਜਿਹੜਾ ਵਾਹਿਗੁਰੂ ਸਾਡੇ ਅੰਦਰ ਵੀ ਹੈ, ਹਿਰਦੇ ਦੇ ਵਿੱਚ ਵੀ ਹੈ ਤੇ ਬਾਹਰ ਵੀ ਸਾਰੇ ਥਾਵਾਂ ਤੇ ਵਿਆਪਕ ਹੈ, ਜੋ ਪ੍ਰਭੂ ਵਾਹਿਗੁਰੂ, ਤਾਸਿਓ ਨੇਹੋ ਨਾ ਲਾਵੈ। ਉਹਦੇ ਨਾਲ ਇੱਕ ਪਲ ਲਈ ਵੀ ਪ੍ਰੀਤ ਨਹੀਂ ਪਾਉਂਦਾ, ਇੱਕ ਪਲ ਲਈ ਵੀ ਨੇਹ ਨਹੀਂ ਲਾਉਂਦਾ ਇਹ ਮਨ। ਨਾਨਕ ਮੁਕਤ ਤਾਹੇ ਤੁਮ ਮਾਨਹੁ। ਪਰ ਮਹਾਰਾਜ ਕਹਿੰਦੇ ਨੇ, ਸੁਖੀ ਮਨੁੱਖ ਉਹਨੂੰ ਹੀ ਸਮਝੋ, ਤੁਸੀਂ ਮੁਕਤ ਵਿਅਕਤੀ ਉਹਨੂੰ ਹੀ ਸਮਝੋ, ਆਨੰਦਿਤ ਉਸੇ ਨੂੰ ਜਾਣੋ ਹੈ ਗੁਰਮੁਖੋ। ਜਿਹ ਘਟ ਰਾਮ ਸਮਾਵੈ। ਜਿਹਦੇ ਹਿਰਦੇ ਦੇ ਅੰਦਰ ਰਾਮ ਵਾਹਿਗੁਰੂ ਨਿਵਾਸ ਕਰ ਲੈਂਦੇ ਨੇ, ਸਮਾਏ ਹੋਏ ਨੇ, ਟਿਕੇ ਹੋਏ ਨੇ, ਜਿਹਦੇ ਮਨ ਦੇ ਵਿੱਚ ਪ੍ਰਗਟ ਹੋ ਗਏ ਹਨ ਸੱਚੇ ਪਾਤਸ਼ਾਹ ਜੀ। ਗੌੜੀ ਮਹੱਲਾ ਨਾਵਾ। ਨੌਵੇਂ ਪਾਤਸ਼ਾਹ ਜੀ ਫਰਮਾਉਂਦੇ ਹਨ, ਗੁਰੂ ਤੇਗ ਬਹਾਦਰ ਸਾਹਿਬ ਜੀ ਗੌੜੀ ਰਾਗ ਵਿੱਚ, ਸਾਧੂ ਰਾਮ ਸਰਨ ਬਿਸਰਾਮਾ। ਵਿਸ਼ਰਾਮ ਕਿੱਥੇ ਮਿਲੇਗਾ? ਕਿਉਂਕਿ ਪਿਛਲੇ ਸ਼ਬਦ ਦੇ ਵਿੱਚ ਭਟਕਣਾ ਦਾ ਜ਼ਿਕਰ ਕੀਤਾ ਹੈ, ਵੀ ਭੱਜਿਆ ਹੀ ਫਿਰਦਾ, ਦੌੜਿਆ ਹੀ ਫਿਰਦਾ। ਫਿਰ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜੀ ਵਿਸ਼ਰਾਮ ਕਿੱਥੇ ਮਿਲੇਗਾ, ਟਿਕਾ ਕਿੱਥੇ ਮਿਲੇਗਾ, ਇਹਦੇ ਮਨ ਦੀ ਭਟਕਣਾ ਕਿੱਥੇ ਮੁੱਕੇਗੀ? ਤਾਂ ਮਹਾਰਾਜ ਕਹਿੰਦੇ, ਸਾਧੂ, ਹੇ ਗੁਰਮੁਖੋ, ਹੇ ਗੁਰਸਿੱਖੋ, ਰਾਮ ਸ਼ਰਨ, ਵਾਹਿਗੁਰੂ ਦੀ ਸ਼ਰਨ ਦੇ ਵਿੱਚ 24 ਘੰਟੇ ਅਭਿਆਸ ਕਰੋ, ਸ਼ਰਨ ਵਿੱਚ ਰਹਿਣ ਦਾ। ਬਾਣੀ ਪੜ੍ਹਦਿਆਂ ਵੀ, ਬਾਣੀ ਪੜ੍ਹਨ ਤੋਂ ਬਿਨਾਂ ਵੀ, ਕੰਮ ਕਰਦਿਆਂ ਵੀ ਅੰਦਰ ਇੱਕ ਤਾਰ ਜੁੜੀ ਰਵੇ। ਜਿਵੇਂ ਮੈਂ ਕੋਲ ਹੀ ਬੈਠਾ, ਹਜ਼ੂਰੀ ਵਿੱਚ ਹਾਂ, ਨੇੜੇ ਹਾਂ, ਉੱਥੇ ਟਿਕਾ ਮਿਲੇਗਾ ਮਨ ਨੂੰ। ਵੇਦ ਪੁਰਾਨ ਪੜ੍ਹੇ ਕੋ ਇਹ ਗੁਣ। ਜੇ ਕੋਈ ਬੰਦਾ ਵੇਦ ਪੁਰਾਣ ਪੜ੍ਹਦਾ ਹੈ ਜਾਂ ਆਪਣੇ ਧਰਮ ਦੀਆਂ ਪੁਸਤਕਾਂ ਪੜ੍ਹਦਾ, ਕੋਈ ਵੀ ਪੜ੍ਹਾਈ ਕਰਦਾ ਹੈ, ਘਰ ਲਾਇਬ੍ਰੇਰੀ ਖੋਲੀ ਹੋਈ ਹੈ, ਕਹਿੰਦਾ ਸਾਰੀਆਂ ਕਿਤਾਬਾਂ ਨੇ ਮੇਰੇ ਕੋਲ, ਤੇ ਮਹਾਰਾਜ ਕਹਿੰਦੇ ਉਹਦਾ ਫਾਇਦਾ ਤਾਂ ਹੀ ਹੈ ਇੰਨੀਆਂ ਕਿਤਾਬਾਂ ਪੜ੍ਹਨ ਦਾ। ਸਿਮਰੇ ਹਰ ਕੋ ਨਾਮਾ ਰਹਾਉ। ਜੇ ਵਾਹਿਗੁਰੂ ਦਾ ਸਿਮਰਨ ਕਰੇ ਉਹਨਾਂ ਨੂੰ ਪੜ੍ਹ ਕੇ, ਤੇ ਜੇ ਸਿਮਰਨ ਨਹੀਂ ਕਰਦਾ ਫਿਰ ਪੜ੍ਹੀ ਜਾ, ਫਿਰ ਪੜ੍ਹਾਈ ਨੇ ਨੁਕਸਾਨ ਵੀ ਕਰਨਾ ਹੀ। ਨੁਕਸਾਨ ਕੀਤਾ ਸਾਡਾ ਪੜ੍ਹਾਈ ਨੇ। ਪੜ੍ਹਾਈ ਮਾੜੀ ਨਹੀਂ ਸੀ, ਵਿਦਿਆ ਇੱਕ ਬੜੀ ਵੱਡੀ ਪਾਵਰ ਸੀ, ਪਰ ਉਸੇ ਵਿਦਿਆ ਨਾਲ ਅਸੀਂ ਆਪਣੇ ਆਪ ਨੂੰ, ਇਹ ਧਰਮ ਸ਼ਕਤੀ ਹੈ, ਵਿਦਿਆ ਸ਼ਕਤੀ ਹੈ, ਪਰ ਗੁਣ ਕੀ ਠੇਕਾ ਵਿੱਚ ਸਮਾਏ। ਆ ਕਿਰਪਾਨ ਪਾਈਏ ਨਾ ਆਪਾਂ, ਮਿਆਨ ਬੜੀ ਜ਼ਰੂਰੀ ਹੈ। ਜੇ ਮਿਆਨ ਨਾ ਹੋਈ ਤੇ ਇਹਨੇ ਆਪਣੇ ਆਪ ਨੂੰ ਫੱਟ ਦੇਣਾ, ਜਿਹਨੇ ਹੱਥ ਵਿੱਚ ਫੜੀ ਹੋਈ ਜਾਂ ਆਪਣੇ ਗਾਤਰੇ ਪਾਈ ਹੋਈ। ਜੇ ਗਾਤਰੇ ਵਿੱਚ ਕਿਰਪਾਨ ਪਾਈਏ ਜਾਂ ਹੱਥ ਵਿੱਚ ਫੜੀਏ, ਜੇ ਮਿਆਨ ਨਹੀਂ ਤੇ ਮਿਆਨ ਤੋਂ ਬਿਨਾਂ ਆਪਣੇ ਆਪ ਨੂੰ ਫੱਟ ਲਾ ਦੇਗੀ। ਵਿਦਿਆ ਵੀ ਇਸ ਤਰ੍ਹਾਂ ਦੀ ਚੀਜ਼ ਹੈ, ਜੇ ਇਸ ਵਿਦਿਆ ਦੇ ਉੱਤੇ ਸਿਮਰਨ ਦੀ ਮਿਆਨ ਨਾ ਚੜੀ ਹੋਈ ਤੇ ਸਾਧ ਸੰਗਤ ਜੀ ਨੇ ਆਪਣੇ ਆਪ ਨੂੰ ਵੱਢ ਦੇਣਾ। ਬੜਿਆਂ ਨੂੰ ਬੜੇ ਫੱਟੇ ਪਏ ਨੇ, ਵੱਡੇ ਪਏ ਨੇ, ਬੜੇ ਤੜਫਦੇ ਨੇ ਪਏ ਵਿਚਾਰੇ। ਸਵੇਰੇ ਉੱਠਦਿਆਂ ਮੱਥੇ ਤੇ 25 ਕੁ ਵੱਟ ਪਾ ਕੇ ਇੰਨੇ ਤੜਫਦੇ,
ਵੀ ਤਰਸ ਆਉਂਦਾ ਉਹਨਾਂ ਵੱਲ ਵੇਖ ਕੇ ਵੀ ਗੁਰਸਿੱਖ ਬਣੇ ਸੀ, ਕੋਈ ਸ਼ਾਂਤੀ ਆਉਣੀ ਸੀ, ਕੋਈ ਟਿਕਾ ਆਉਣਾ ਸੀ, ਪਰ ਉਹਨੇ ਹੀ ਫੱਟ ਦਿੱਤਾ ਕਿਉਂਕਿ ਸਿਮਰਨ ਨਹੀਂ ਕੀਤਾ, ਕੱਲਾ ਪੜਿਆ ਹੈ। ਲੋਭ ਮੋਹ ਮਾਇਆ ਮਮਤਾ ਫੁਨ, ਇਹ ਜਿਹੜਾ ਲੋਭ ਹੈ ਸੰਸਾਰ ਦੇ ਹੋਰ ਪਦਾਰਥਾਂ ਦੀ ਖਿੱਚ ਹੈ, ਔਰ ਮੋਹ ਤਮ ਜਿਹੜਾ ਹੈ ਹਨੇਰਾ ਹੈ। ਮੋਹ ਮੈਨੇ ਇਹ ਭੁਲੇਖਾ, ਇਹ ਮਾਨਤਾ ਮਨ ਵਿੱਚ ਬਣੀ ਹੋਈ ਕਿ ਸੰਸਾਰ ਮੇਰਾ ਹੈ, ਔਰ ਅਤ ਦੀ ਮੈਂ ਜਿਹੜੀ ਹੈ ਮਾਇਆ, ਮਾਇਆ ਸ਼ਬਦ ਮਾਇਆ ਤੋਂ ਬਣਿਆ ਅਤੇ ਪ੍ਰਭਾਵ ਹੈ ਜੋ ਪਦਾਰਥਾਂ ਦਾ। ਔ ਵਿਖਿਆਨ ਕੀ ਸੇਵਾ, ਅਤੇ ਵਿਕਾਰਾਂ ਦੀ ਸੇਵਾ। ਸੇਵਾ ਸ਼ਬਦ ਦਾ ਇੱਥੇ ਅਰਥ ਸੇਵਨ ਕਰਨਾ। ਸੇਵਨ ਕਰਨ ਦਾ ਮਤਲਬ ਹੈ ਪੀਣਾ, ਭੋਗਣਾ। ਸੇਵਾ ਲਫ਼ਜ਼ ਦਾ ਇੱਥੇ ਮਤਲਬ ਸੇਵਾ ਕਰਨੀ ਨਹੀਂ ਹੈ। ਇੱਥੇ ਸੇਵਾ ਦਾ ਅਰਥ ਸੇਵਨ ਕਰਨਾ, ਕਿਸੇ ਚੀਜ਼ ਨੂੰ ਭੋਗਣਾ। ਇਸ ਤਰ੍ਹਾਂ ਵਿਸ਼ੇ ਵਿਕਾਰਾਂ ਦਾ ਸੇਵਨ ਕਰਨਾ। ਹਰਖ ਸੋਗ ਪਰਸੈ ਜਿਹ ਨਾਹਿਨ, ਮਹਾਰਾਜ ਕਹਿੰਦੇ ਜਿਹੜਾ ਮਨੁੱਖ, ਜਿਹੜਾ ਗੁਰਮੁਖ ਖੁਸ਼ੀ ਤੇ ਗਮੀ ਨੂੰ ਨਹੀਂ ਪਰਸਦਾ, ਖੁਸ਼ੀ ਦੇ ਵਿੱਚ ਬਹੁਤਾ ਹੰਕਾਰੀ ਨਹੀਂ ਹੁੰਦਾ ਤੇ ਗਮੀ ਦੇ ਵਿੱਚ ਬਹੁਤਾ ਨਿੰਮੂ ਝੋਣਾ ਨਹੀਂ ਹੁੰਦਾ, ਇਸ ਤਰ੍ਹਾਂ ਸਮ ਅਵਸਥਾ ਵਿੱਚ ਰਹਿੰਦਾ, ਸੋ ਮੂਰਤ ਹੈ ਦੇਵਾ। ਮਹਾਰਾਜ ਕਹਿੰਦੇ ਉਹ ਮੂਰਤ ਹੈ ਦੇਵਾ। ਦੇਵਾ ਮੈਨੇ ਪ੍ਰਕਾਸ਼ਿਤ ਪਰਮੇਸ਼ਰ ਵਾਹਿਗੁਰੂ। ਦੇਵ ਸ਼ਬਦ ਦਾ ਅਰਥ ਹੈ ਪਰਮੇਸ਼ਰ। ਦੇਵ ਸ਼ਬਦ ਦਾ ਮਤਲਬ ਹੈ ਪ੍ਰਕਾਸ਼। ਤਾਂ ਪਿੱਛੇ ਦੇਵ ਸ਼ਬਦ ਲਾਏ ਸਨ ਗੁਰੂ ਸਾਹਿਬ ਦੇ ਪਿੱਛੇ। ਉਹ ਬੜਿਆਂ ਨੂੰ ਇਹ ਵੀ ਭੁਲੇਖਾ ਪੈ ਗਿਆ ਦੇਵ ਸ਼ਬਦ ਤੇ ਹਿੰਦੂਆਂ ਦਾ ਸ਼ਬਦ ਹੈ ਜੀ, ਕਿੱਥੋਂ ਆਇਆ ਜੀ? ਗੁਰੂ ਨਾਨਕ ਦੇਵ ਨਹੀਂ ਕਹਿਣਾ, ਦੇਵ ਕਹਿੰਦੇ ਇਹ ਬ੍ਰਾਹਮਣਵਾਦ ਹੈ। ਹੁਣ ਜਦੋਂ ਬੰਦੇ ਨੂੰ ਮੈਂਟਲੀ ਤੌਰ ਤੇ ਅਪਸੈਟ ਹੋ ਜਾਏ ਬੰਦਾ, ਉਹਨੂੰ ਉਹੀ ਚੀਜ਼ ਦਿਸਦੀ। ਜਿਹੜਾ ਬੰਦਾ ਸੱਪ ਤੋਂ ਡਰ ਜਾਏ ਉਹਨੂੰ ਹਰ ਇੱਕ ਚੀਜ਼ ਵਿੱਚ ਉਹ ਸੱਪ ਹੀ ਦਿਸਦਾ ਹੈ। ਇੱਕ ਫੋਬੀਆ ਦੀ ਅਵਸਥਾ ਹੈ, ਉਹ ਹੀ ਨਜ਼ਰ ਆਉਂਦਾ ਸਾਰਾ ਕੁਝ। ਤਾਂ ਉਹਦੇ ਵਿੱਚੋਂ ਬ੍ਰਾਹਮਣਵਾਦ ਹੀ ਨਜ਼ਰ ਆਉਂਦਾ ਹੈ। ਕਹਿੰਦੇ ਦੇਵ ਨਹੀਂ ਲਾਉਣਾ। ਕਦੀ ਬਾਣੀ ਨਹੀਂ ਪੜ੍ਹੀ ਇਹਨਾਂ ਲੋਕਾਂ ਨੇ। ਜੇ ਗੁਰੂ ਗ੍ਰੰਥ ਸਾਹਿਬ ਪੜ੍ਹਿਆ ਹੁੰਦਾ ਤੇ ਗੁਰ ਜੈਸਾ ਨਾਹੀ ਕੋ ਦੇਵ। ਸਾਰੇ ਪੜ੍ਹੋ, ਗੁਰ ਜੈਸਾ ਨਾਹੀ ਕੋ। ਇਹ ਲਿਖਿਆ ਹੋਇਆ ਨਾ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਗੁਰੂ ਵਰਗਾ ਦੇਵ ਕੋਈ ਨਹੀਂ। ਇੱਥੇ ਦੇਵ ਦਾ ਅਰਥ ਉਹ ਦੇਵਤੇ ਨਹੀਂ ਜਿਹੜੇ ਰਾਤ ਨੂੰ ਕੰਧਾਂ ਟੱਪਦੇ ਫਿਰਦੇ ਸੀ। ਇੱਥੇ ਦੇਵਤੇ ਦਾ ਅਰਥ ਹੈ ਪ੍ਰਕਾਸ਼ ਸਰੂਪ। ਉਹ ਵਿਅਕਤੀ ਪ੍ਰਕਾਸ਼ ਸਰੂਪ ਪਰਮੇਸ਼ਰ ਰੂਪ ਮੂਰਤ ਹੈ। ਸੁਰਗ ਨਰਕ ਅੰਮ੍ਰਿਤ ਬਿਖ ਇਹ ਸਭ, ਜਿਹਦੇ ਵਾਸਤੇ ਸਵਰਗ ਤੇ ਨਰਕ ਵੀ ਬਰਾਬਰ ਹੀ ਨੇ। ਕੋਈ ਫਰਕ ਨਹੀਂ ਪੈਂਦਾ ਕਿਵੇਂ ਦੀ ਅਵਸਥਾ ਹੈ ਬਾਹਰ, ਕਿਉਂਕਿ ਅੰਦਰ ਨਵਾਂ ਸੰਸਾਰ ਰਚਿਆ ਗਿਆ। ਔਰ ਅੰਮ੍ਰਿਤ ਬਿਖ, ਜ਼ਹਿਰ ਤੇ ਅੰਮ੍ਰਿਤ ਇੱਕੋ ਜਿਹੇ ਲੱਗਦੇ ਹਨ ਉਸ ਨੂੰ। ਤਿਉ ਕੰਚਨ ਅਰ ਪੈਸਾ, ਇਸ ਤਰ੍ਹਾਂ ਹੀ ਕੰਚਨ ਤੇ ਪੈਸੇ ਇੱਕੋ ਜਿਹੇ ਲੱਗਦੇ ਨੇ। ਸੋਨਾ ਤੇ ਪੈਸੇ, ਸੋਨਾ ਤੇ ਮਿੱਟੀ ਬਰਾਬਰ ਲੱਗਦਾ ਜਿਸ ਨੂੰ। ਉਸਤਤ ਨਿੰਦਾ ਇਹ ਸਮਝਾ ਕੇ, ਵਾਹਿਗੁਰੂ ਦੀ ਉਸਤਤ ਤੇ ਨਿੰਦਿਆ ਜਿਹੜੀ ਹੈ ਇਹ ਵਾਹਿਗੁਰੂ ਸੱਚੇ ਪਾਤਸ਼ਾਹ ਦੇ ਪਿਆਰ ਵਿੱਚ ਭਿੱਜੇ ਹੋਏ ਗੁਰਮੁਖਾਂ ਦੀ ਗੱਲ, ਉਹਨਾਂ ਦੀ ਗੱਲ ਹੈ। ਉਹਨਾਂ ਦੀ ਉਸਤਤ ਤੇ ਨਿੰਦਾ ਦੋਵੇਂ ਉਹਨਾਂ ਨੂੰ ਬਰਾਬਰ ਲੱਗਦੇ ਹਨ। ਲੋਭ ਮੋਹ ਫੁਨ ਤੈਸਾ, ਲੋਭ ਤੇ ਮੋਹ ਜਿਹੜਾ ਇਹ ਵੀ ਬਰਾਬਰ ਭਾਸਦੇ ਹਨ, ਕੋਈ ਫਰਕ ਨਹੀਂ ਪੈਂਦਾ। ਦੁੱਖ ਸੁਖ ਇਹ ਬਾਧੇ ਜਿਹ ਨਾਹਨ, ਨਾ ਉਹਨਾਂ ਨੂੰ ਦੁੱਖ ਸੁੱਖ ਵਿੱਚ ਕੋਈ ਫਰਕ ਲੱਗਦਾ ਹੈ। ਦੁੱਖ ਤੇ ਸੁੱਖ ਵਿੱਚ ਬਰਾਬਰ ਰਹਿੰਦੇ ਹਨ ਮਨ ਦੇ ਤੌਰ ਤੇ। ਤੇ ਤੁਮ ਜਾਣੋ ਗਿਆਨੀ, ਐਸੇ ਲੋਕਾਂ ਨੂੰ ਤੁਸੀਂ ਗਿਆਨੀ ਸਮਝੋ, ਗਿਆਨਵਾਨ ਸਮਝੋ। ਨਾਨਕ ਮੁਕਤ ਤਾਹੇ ਤੁਮ ਮਾਨੋ। ਗਰੀਬ ਨਵਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਹੈ ਭਾਈ ਐਸੇ ਗੁਰਮੁਖਾਂ ਨੂੰ ਮੁਕਤ ਸਮਝੋ ਜਿਹੜੇ ਇਸ ਤਰ੍ਹਾਂ ਜੁੜੇ ਹੋਏ ਹਨ। ਇਹ ਵਿਦ ਕੋ ਜੋ ਪ੍ਰਾਨੀ, ਜੋ ਇਸ ਤਰ੍ਹਾਂ ਦੇ ਪ੍ਰਾਣੀ ਹਨ, ਜਿਹੜੇ ਇਸ ਤਰ੍ਹਾਂ ਦੇ ਗੁਰਮੁਖ ਪਿਆਰੇ ਹਨ। ਗੌੜੀ ਮਹੱਲਾ ਨਾਵਾ। ਗੌੜੀ ਰਾਗ ਵਿੱਚ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਫਰਮਾਉਣ ਲੱਗੇ, ਮਨ ਰੇ ਕਹਾ ਭਇਓ ਤੈ ਬੌਰਾ। ਹੇ ਮੇਰੇ ਮਨ, ਕਹਾਂ ਭਇਓ ਤੈ ਬੌਰਾ। ਬੌਰਾ ਮੈਨੇ ਕਮਲਾ, ਤੂੰ ਕਿੱਧਰ ਕਮਲਾ ਹੋਇਆ ਫਿਰਨਾ, ਝੱਲਾ ਹੋਇਆ ਫਿਰਨਾ, ਦੌੜਿਆ ਫਿਰਨਾ ਕਮਲਿਆਂ ਵਾਂਗ। ਅਹਨਿਸ ਔਦ ਘਟੈ ਨਹੀਂ ਜਾਣੈ, ਦਿਨ ਰਾਤ ਕਰਕੇ ਤੇਰੀ ਔਦ ਉਮਰ ਘਟਦੀ ਜਾਂਦੀ ਹੈ ਪਰ ਤੈਨੂੰ ਪਤਾ ਨਹੀਂ ਲੱਗਦਾ, ਐਸਾ ਝੱਲਾ ਹੈ ਤੂੰ। ਭਇਓ ਲੋਭ ਸੰਗ ਹੌਰਾ ਰਹਾਉ। ਤੂੰ ਲੋਭ ਦੇ ਵਿੱਚ ਲੱਗ ਕੇ ਹੌਲਾ ਹੋ ਗਿਆ, ਬਿਲਕੁਲ ਹੌਲਾ, ਬਿਲਕੁਲ ਤੇਰਾ ਕੋਈ ਦੀਨ ਮਜਬ ਨਹੀਂ ਰਿਹਾ।
ਲੋਭ ਦੇ ਪਿੱਛੇ ਲੱਗ ਕੇ ਆਪਣੇ ਆਪ ਨੂੰ ਤੂੰ ਵੇਚ ਦਿੱਤਾ ਬਿਲਕੁਲ। ਜੋ ਤਨ ਤੈ ਆਪਣੋ ਕਰ ਮਾਨਿਓ, ਜਿਹੜਾ ਸਰੀਰ ਤੂੰ ਆਪਣਾ ਕਰਕੇ ਸਮਝਿਆ ਹੋਇਆ ਕਿ ਸਦਾ ਮੇਰੇ ਕੋਲ ਹੀ ਰਹਿਣਾ ਹੈ। ਅਰ ਸੁੰਦਰ ਗ੍ਰਹਿ ਨਾਰੀ, ਅਤੇ ਸੋਹਣਾ ਘਰ ਤੇ ਸੁੰਦਰ ਨਾਰੀ ਇਸਤਰੀ ਹੈ ਜਿਹੜੀ, ਜਿਹਨੂੰ ਤੂੰ ਆਪਣੀ ਹੀ ਸਮਝਦਾ ਹੈ। ਇਨ ਮੈਂ ਕਛ ਤੇਰੋ ਰੇ ਨਾਹਿਨ, ਇਹਨਾਂ ਦੇ ਵਿੱਚੋਂ ਤੇਰਾ ਕੁਝ ਵੀ ਨਹੀਂ। ਚੰਗੀ ਤਰ੍ਹਾਂ ਵੇਖ ਧਿਆਨ ਦੇ ਨਾਲ, ਇਹਨਾਂ ਵਿੱਚੋਂ ਤੇਰੇ ਨਾਲ ਨਿਭਣ ਵਾਲਾ ਨਹੀਂ ਹੈ ਕੁਝ। ਦੇਖੋ ਸੋਚ ਵਿਚਾਰੀ, ਕਦੀ ਸੋਚ ਵਿਚਾਰ ਕੇ ਵੀ ਵੇਖਿਆ ਕਰ, ਕਦੀ ਵਿਚਾਰ ਕਰਿਆ ਕਰ ਵੀ ਇਹਨਾਂ ਵਿੱਚੋਂ ਤੇਰੇ ਨਾਲ ਜਾਣ ਵਾਲੀ ਕਿਹੜੀ ਚੀਜ਼ ਹੈ। ਰਤਨ ਜਨਮ ਆਪਣੋ ਤੈ ਹਾਰਿਓ, ਬੜਾ ਕੀਮਤੀ ਰਤਨ ਜਨਮ ਹੈ ਜਿਹੜਾ, ਇਹ ਆਪਣਾ ਤੂੰ ਇਸ ਤਰ੍ਹਾਂ ਹੀ ਗਵਾਈ ਜਾਂਦਾ ਹੈ। ਗੋਬਿੰਦ ਗਤ ਨਹੀਂ ਜਾਣੀ, ਵਾਹਿਗੁਰੂ ਦੀ ਅਵਸਥਾ, ਉਹਦੀ ਹਜ਼ੂਰੀ ਨੂੰ ਨਹੀਂ ਜਾਣਿਆ ਕਿ ਉਹ ਤੇਰੇ ਬਿਲਕੁਲ ਕੋਲ ਵਸਦਾ ਹੈ। ਨਿਮਖ ਨਾ ਲੀਨ ਭਇਓ ਚਰਨਨ ਸਿਓ, ਇੱਕ ਨਿਮਖ ਵਾਸਤੇ ਵੀ, ਇੱਕ ਪਲ ਵਾਸਤੇ ਵੀ ਕਦੀ ਤੂੰ ਲੀਨ ਨਹੀਂ ਹੋਇਆ, ਕਦੀ ਜੁੜਿਆ ਨਹੀਂ ਗੁਰੂ ਕੀ ਬਾਣੀ ਨਾਲ। ਬਿਰਥਾ ਔਦ ਸਿਰਾਨੀ, ਇਸ ਤਰ੍ਹਾਂ ਆਪਣੀ ਉਮਰ ਨੂੰ ਵਿਅਰਥ ਹੀ ਗਵਾਈ ਜਾ ਰਿਹਾ ਹੈ, ਵਿਅਰਥ ਹੀ ਲੰਘਾਈ ਜਾ ਰਿਹਾ ਹੈ। ਕਹੋ ਨਾਨਕ ਸੋਈ ਨਰ ਸੁਖੀਆ, ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਉਸੇ ਮਨੁੱਖ ਨੂੰ ਸੁਖੀ ਸਮਝੋ RAM ਨਾਮ ਗੁਣ ਗਾਵੇ, ਜਿਹੜਾ ਵਾਹਿਗੁਰੂ ਦੇ ਗੁਣ ਗਾਉਂਦਾ, ਰਮੇ ਹੋਏ ਸੋਹਣੇ RAM ਦੇ ਗੁਣ ਜਿਹੜੇ ਹਨ ਆਪਣੇ ਜੀਵਨ ਵਿੱਚ ਗਾਉਂਦਾ ਹੈ। ਔਰ ਸਗਲ ਜਗ ਮਾਇਆ ਮੋਹਿਆ, ਤੇ ਬਾਕੀ ਦਾ ਸਾਰਾ ਸੰਸਾਰ ਮਾਇਆ ਵਿੱਚ ਹੀ ਫਸਿਆ ਹੋਇਆ ਹੈ, ਮਾਇਆ ਵਿੱਚ ਹੀ ਮੋਇਆ ਹੋਇਆ ਹੈ। ਨਿਰਭੈ ਪਦ ਨਹੀਂ ਪਾਵੈ, ਉਹਨੂੰ ਨਿਰਭੈ ਅਵਸਥਾ ਨਹੀਂ, ਡਰ ਰਹਿਤ ਅਵਸਥਾ ਨਹੀਂ ਮਿਲਦੀ। ਸਦਾ ਡਰੇ ਰਹਿੰਦਾ, ਭਾਵੇਂ ਕਿੱਥੋਂ ਤੱਕ ਪਹੁੰਚ ਜਾਏ, ਅੰਦਰ ਦਾ ਡਰ ਖਤਮ ਨਹੀਂ ਹੁੰਦਾ। ਗੌੜੀ ਮਹੱਲਾ ਨਾਵਾ, ਨੌਵੇਂ ਪਾਤਸ਼ਾਹ ਜੀ ਫਰਮਾਉਂਦੇ ਹਨ, ਨਰ ਅਚੇਤ ਪਾਪ ਤੇ ਡਰ ਰੇ। ਹੇ ਨਰ ਅਚੇਤ, ਅਚੇਤ ਮੈਨੇ ਸੁੱਤਾ ਹੋਇਆ ਗਾਫਲ ਜਿਹੜਾ ਹੈ, ਹੇ ਗਾਫਲ ਮਨੁੱਖ, ਪਾਪ ਤੋਂ ਡਰਿਆ ਕਰ। ਪਾਪ ਕਿਹਨੂੰ ਕਹਿੰਦੇ ਨੇ? ਇਹ ਲੰਬੀ ਗੱਲ ਹੈ। ਪਾਪ ਦੋ ਲਫ਼ਜ਼ਾਂ ਤੋਂ ਬਣਿਆ ਹੈ, ਪੈ ਜਮਾ ਆਪ, ਪੈ ਮੈਨੇ ਪਰੇ, ਆਪ ਮੈਨੇ ਆਪਣਾ ਆਪ। ਜਦੋਂ ਉਹ ਕੰਮ ਬੰਦਾ ਕਰਦਾ ਜਿਹੜਾ ਉਹਦੀ ਜ਼ਮੀਰ ਇਜਾਜ਼ਤ ਨਹੀਂ ਦਿੰਦੀ, ਕੋਈ ਵੀ ਕੰਮ ਹੈ ਭਾਵੇਂ, ਆਪਣੇ ਆਪ ਨੂੰ ਭੁੱਲ ਕੇ ਕਰਦਾ ਹੈ, ਉਹਨੂੰ ਕਹਿੰਦੇ ਨੇ ਪਾਪ। ਇਸੇ ਕਰਕੇ ਪਾਪ ਕਰਨ ਵਾਸਤੇ ਪਹਿਲਾਂ ਸ਼ਰਾਬ ਪੀਂਦੇ ਨੇ ਲੋਕ। ਕਿਉਂ? ਸ਼ਰਾਬ ਆਪਣੇ ਆਪ ਨੂੰ ਭੁਲਾਉਂਦਾ, ਉਹਨੂੰ ਪਤਾ ਨਹੀਂ ਲੱਗਦਾ ਮੈਂ ਕੌਣ। ਸ਼ਰਾਬ ਨੂੰ ਪਾਪ ਤਾਂ ਕਿਹਾ ਹੈ ਕਿ ਉਹ ਆਪਣੇ ਆਪ ਨੂੰ ਭੁਲਾਉਂਦਾ ਹੈ। ਜਿਹੜੀ ਚੀਜ਼ ਮਨੁੱਖ ਨੂੰ ਉਹਦੀ ਜ਼ਮੀਰ ਤੋਂ ਦੂਰ ਕਰਦੀ ਹੈ, ਆਤਮਾ ਤੋਂ ਦੂਰ ਕਰਦੀ ਹੈ, ਸਚਾਈ ਤੋਂ ਦੂਰ ਕਰਦੀ, ਉਹ ਸਾਰੇ ਕੰਮ ਪਾਪ ਨੇ। ਹੇ ਗਾਫਲ ਮਨੁੱਖ, ਐਸੇ ਪਾਪ ਤੋਂ ਡਰਿਆ ਕਰ। ਦੀਨ ਦਇਆਲ ਸਗਲ ਭੈ ਭੰਜਨ, ਦੀਨਾਂ ਤੇ ਦਇਆ ਕਰਨ ਵਾਲੇ ਤੇ ਸਾਰੇ ਲੋਕਾਂ ਦੇ ਜਗਿਆਸੂਆਂ ਦੇ ਦੁੱਖਾਂ ਨੂੰ ਦੂਰ ਕਰਨ ਵਾਲੇ ਹਨ ਜਿਹੜੇ ਵਾਹਿਗੁਰੂ। ਸਰਨ ਤਾਹੇ ਤੁਮ ਪਰ ਰੇ, ਐਸੇ ਭੈ ਭੰਜਨ, ਡਰ ਰਹਿ, ਡਰ ਦੂਰ ਕਰਨ ਵਾਲੇ ਸੱਚੇ ਪਾਤਸ਼ਾਹ ਜੀ ਦੀ ਸ਼ਰਨ ਵਿੱਚ ਪਿਆ ਰਹੋ ਗੁਰਮੁਖਾ। ਵੇਦ ਪੁਰਾਨ ਜਾਸ ਗੁਣ ਗਾਵਤ, ਇਹ ਜਿਹੜੇ ਵੇਦ ਪੁਰਾਣ ਨੇ ਇਹ ਵੀ ਜਿਸ ਵਾਹਿਗੁਰੂ ਦੇ ਗੁਣ ਗਾਉਂਦੇ ਹਨ, ਤਾ ਕੋ ਨਾਮ ਹੀਐ ਮੋਹ ਧਰ ਰੇ। ਐਸੇ ਵਾਹਿਗੁਰੂ ਦਾ ਨਾਮ ਹਿਰਦੇ ਵਿੱਚ ਸਿਮਰਨ ਕਰ। ਪਾਵਨ ਨਾਮ ਜਗਤ ਮੈਂ ਹਰ ਕੋ, ਪਵਿੱਤਰ ਨਾਮ ਹੈ ਇਸ ਜਗਤ ਦੇ ਵਿੱਚ ਹਰ, ਹਰੇ ਭਰੇ ਕਰਨ ਵਾਲੇ ਵਾਹਿਗੁਰੂ ਦਾ, ਹਰੀ ਦਾ ਨਾਮ ਹੈ ਜਿਹੜਾ। ਸਿਮਰ ਸਿਮਰ ਕਸਮਲ ਸਭ ਹਰ ਰੇ, ਉਸ ਨਾਮ ਨੂੰ ਸਿਮਰਨ ਕਰ ਕਰਕੇ ਕਸਮਲ ਜਿਹੜੇ ਪਾਪ ਨੇ ਪਹਿਲੇ ਕੀਤੇ ਹੋਏ ਪੁਰਾਣੇ ਪਾਪ, ਉਹਨਾਂ ਨੂੰ ਹਰ ਰੇ, ਖਤਮ ਕਰ ਦੇ ਵਿੱਚੋਂ, ਆਪਣੇ ਜੀਵਨ ਵਿੱਚੋਂ। ਮਾਨਸ ਦੇਹ ਬਾਹਰ ਨਹਿ ਪਾਵੈ, ਇਹ ਗੱਲ ਚੰਗੀ ਤਰ੍ਹਾਂ ਚੇਤੇ ਨਾਲ ਸਮਝ ਲੈ। ਇਹ ਮਨੁੱਖਾ ਸਰੀਰ ਤੈਨੂੰ ਪਰਤ ਕੇ ਨਹੀਂ ਮਿਲਣਾ, ਬਹੁਤ ਲੰਮੇ ਸਮੇਂ ਬਾਅਦ ਮਿਲਿਆ, ਬਹੁਤ ਸਮਾਂ ਲੱਗ ਜਾਣਾ ਹੈ। ਬੜੀਆਂ ਲੰਮੀਆਂ ਜੂਨਾਂ ਦੇ ਵਿੱਚੋਂ ਭਟਕ ਕੇ ਪਰਤ ਕੇ ਨਹੀਂ ਪ੍ਰਾਪਤ ਹੋਣਾ। ਕਛੂ ਉਪਾਉ ਮੁਕਤ ਕਾ ਕਰ ਰੇ, ਉਹ ਜੋ ਉਪਾਅ ਕਰ ਲੈ ਵੀ ਮੁਕਤ ਹੋ ਜਾ, ਛੁੱਟ ਜਾ ਜੂਨਾਂ ਦੇ ਵਿੱਚੋਂ। ਨਾਨਕ ਕਹਤ ਗਾਏ ਕਰੁਣਾ ਮੈਂ, ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਨੇ ਕਰੁਣਾ ਮੈਂ,
ਜਿਹੜਾ ਕਰੁਣਾ ਦਇਆ ਕਰਨ ਵਾਲਾ ਵੈਗਰੂ ਹੈ ਉਹਦਾ ਭਜਨ ਕਰ, ਉਹਨੂੰ ਗਾਇਆ ਕਰ। ਭਵ ਸਾਗਰ ਕੈ ਪਾਰ ਉਤਰ ਰੇ। ਇਸ ਭਵ ਸਾਗਰ ਤੋਂ ਡਰ ਦੇ ਸਮੁੰਦਰ ਵਿਕਾਰਾਂ ਤੋਂ ਪਾਰ ਹੋ ਜਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਮੰਗਲਾ ਚਰਨ ਜੋ ਇੱਕ ਓੰਕਾਰ ਸਰਬ ਵਿਆਪਕ ਧੁਨੀ ਸਰੂਪ ਪ੍ਰਕਾਸ਼ਕ ਹੈ, ਸਤਿਗੁਰ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ। ਰਾਗ ਆਸਾ ਮਹੱਲਾ ਨਾਵਾ। ਆਸਾ ਰਾਗ ਵਿੱਚ ਨੌਵੇਂ ਪਾਤਸ਼ਾਹ ਜੀ ਫਰਮਾਉਂਦੇ ਹਨ, ਬਿਰਥਾ ਕਹੋ ਕੌਣ ਸਿਓ ਮਨ ਕੀ। ਮਹਾਰਾਜ ਕਹਿੰਦੇ ਇਸ ਮਨ ਦੀ ਗੱਲ ਤੁਹਾਨੂੰ ਮੈਂ ਕੀ ਦੱਸਾਂ, ਇਹ ਮਨ ਕਿਵੇਂ ਦਾ, ਇਹਦੀ ਦਰਦ ਕੀ ਦੱਸਾਂ ਤੁਹਾਨੂੰ, ਇਹਦੀ ਅਵਸਥਾ ਕਿਵੇਂ ਦੀ ਹੈ। ਲੋਭ ਗ੍ਰਸਿਓ ਦਸਹੂ ਦਿਸ ਧਾਵਤ। ਇਹ ਮਨ ਲੋਭ ਦੇ ਵਿੱਚ ਫਸਿਆ ਹੋਇਆ, ਚੌਵਾਂ ਪਾਸੇ ਨਹੀਂ ਕਹਿੰਦੇ 10 ਪਾਸਿਆਂ ਵਾਲੀ ਦੌੜਦਾ ਫਿਰਦਾ ਹੈ, ਸਾਰੇ ਪਾਸੇ ਦੌੜਦਾ ਹੈ, ਭੱਜਾ ਫਿਰਦਾ ਹੈ। ਆਸਾ ਲਾਗਿਓ ਧਨ ਕੀ ਰਹਾ। ਇਹਨੂੰ ਧਨ ਦੀ ਹੀ ਆਸਾ ਲੱਗੀ ਰਹਿੰਦੀ ਹੈ, ਅੱਠੇ ਪੈਰ ਮਾਇਆ ਬਾਰੇ ਸੋਚਦਾ ਰਹਿੰਦਾ। ਸੁਖ ਕੈ ਹੇਤ ਬਹੁਤ ਦੁਖ ਪਾਵਤ। ਇਹ ਪ੍ਰਾਪਤ ਸੁਖ ਕਰਨਾ ਚਾਹੁੰਦਾ, ਪਰ ਸੁਖ ਕੈ ਹੇਤ ਸੁਖ ਦੇ ਲੈਣ ਦੇ ਚੱਕਰ ਦੇ ਵਿੱਚ ਬੜੇ ਦੁੱਖ ਪ੍ਰਾਪਤ ਕਰਦਾ ਹੈ, ਉਹਦੇ ਵਿੱਚੋਂ ਹੀ ਦੁੱਖ ਮਿਲਦੇ ਹਨ ਇਸ ਨੂੰ। ਸੇਵ ਕਰਤ ਜਨ ਜਨ ਕੀ ਦੁੱਖ ਮਿਲਦਾ ਹੈ, ਕਹਿੰਦੇ ਧਨ ਲੈਣ ਵਾਸਤੇ, ਅਹੁਦਾ ਲੈਣ ਵਾਸਤੇ। ਹੁਣ ਸੇਵ ਕਰਤ ਜਨ ਜਨ ਕੀ, ਜਨ ਜਨ ਦੇ ਤਰਲੇ ਕੱਢਦਾ ਫਿਰਦਾ ਹੈ, ਇੱਕ ਇੱਕ ਬੰਦੇ ਦੇ ਤਰਲੇ ਕੱਢਦਾ ਫਿਰਦਾ ਧਨ ਵਾਸਤੇ, ਅਹੁਦਿਆਂ ਵਾਸਤੇ। ਇਹ ਦੁਖੀ ਹੁੰਦਾ ਇਸ ਤਰ੍ਹਾਂ। ਦਵਾਰ ਹੈ ਦਵਾਰ ਸੁਆਨ ਜਿਉ ਡੋਲਤ। ਕਹਿੰਦੇ ਇਸ ਮਨ ਦੀ ਹਾਲਤ ਇਹ ਬਣ ਗਈ ਹੈ ਜਿਵੇਂ ਇੱਕ ਕੁੱਤਾ ਜਿਹੜਾ ਹੈ, ਦੁਆਰ ਹੈ ਦੁਆਰ, ਇੱਕ ਦੁਆਰ ਤੋਂ ਦੂਜੇ ਦਰਵਾਜ਼ੇ ਤੇ ਭਟਕਦਾ ਫਿਰਦਾ, ਅਵਾਰਾ ਕੁੱਤਾ ਹੈ। ਇਸ ਮਨ ਦੀ ਹਾਲਤ ਨਾਮ ਤੋਂ ਬਿਨਾਂ ਅਵਾਰਾ ਕੁੱਤੇ ਵਰਗੀ ਹੈ। ਦੁਆਰ ਹੈ ਦੁਆਰ, ਇੱਕ ਦੁਆਰ ਤੋਂ ਦੂਜੇ ਦੁਆਰ ਵੱਲ ਭੱਜਦਾ, ਸਾਰਾ ਦਿਨ ਗਲੀਆਂ ਵਿੱਚ ਦੌੜਦਾ ਫਿਰਦਾ। ਨਾਹ ਸੁਧ ਰਾਮ ਭਜਨ ਕੀ। ਇਹਨੂੰ ਕੋਈ ਸੁਧ ਨਹੀਂ, ਕੋਈ ਖਬਰ ਨਹੀਂ ਕਿ ਸਿਮਰਨ ਕਰਨਾ, ਜਿਹਦੇ ਵਾਸਤੇ ਮੈਂ ਆਇਆ ਸੀ, ਜਿਹਦੇ ਵਾਸਤੇ ਮੈਂ ਐਗਰੀਮੈਂਟ ਕੀਤਾ ਸੀ, ਇਹਨੂੰ ਉਸ ਰਾਮ ਵੈਗਰੂ ਦੇ ਭਜਨ ਦੀ ਕੋਈ ਵੀ ਸੁਧ ਨਹੀਂ ਹੈ। ਮਾਨਸ ਜਨਮ ਅਕਾਰਥ ਖੋਵਤ। ਇਹ ਮਨੁੱਖਾ ਬੜਾ ਹੀ ਕੀਮਤੀ ਜੀਵਨ ਜਿਹੜਾ ਹੈ, ਦੁਰਲੱਭ ਜਿਹੜਾ ਹੈ। ਅਕਾਰਥ ਖੋਵਤ, ਅਕਾਰਥ ਕਿਸੇ ਕੰਮ ਨਹੀਂ ਆਇਆ, ਏਡਾ ਕੀਮਤੀ ਹੀਰਾ। ਚਲੋ ਮਿੱਟੀ ਹੋਵੇ ਤੇ ਮਿੱਟੀ ਵਿੱਚ ਪਈ ਰਹੇ, ਕੋਈ ਗੱਲ ਨਹੀਂ, ਪਰ ਇਹਨੇ ਹੀਰਾ ਵੀ ਮਿੱਟੀ ਵਿੱਚ ਸਿੱਟ ਦਿੱਤਾ ਹੈ। ਇਸ ਕਰਕੇ ਕਹਿੰਦੇ ਵਿਅਰਥ ਹੀ ਗਵਾ ਦਿੱਤਾ ਹੈ। ਲਾਜ ਨਾ ਲੋਕ ਹਸਨ ਕੀ। ਮਹਾਰਾਜ ਨੇ ਇੱਕ ਬੜੀ ਪਿਆਰੀ ਗੱਲ ਕਹੀ ਹੈ, ਕਹਿੰਦੇ ਇਹਨੂੰ ਰੱਬ ਦਾ ਡਰ ਤੇ ਕੀ ਹੋਣਾ ਸੀ, ਇਹਨਾਂ ਨੂੰ ਲੋਕਾਂ ਦੇ ਹੱਸਣ ਦੀ ਵੀ ਇਹਨੂੰ ਕੋਈ ਲਾਜ ਨਹੀਂ ਆਉਂਦੀ, ਕੋਈ ਸ਼ਰਮ ਨਹੀਂ ਆਉਂਦੀ ਵੀ ਲੋਕ ਕੀ ਕਹਿਣਗੇ, ਵੀ ਤੂੰ ਕਿਹੜੇ ਕੰਮ ਲੱਗਾ ਹੋਇਆ। ਪਰ ਇਹ ਸੰਸਾਰ ਮਾਇਆ ਜਿਹੜਾ ਬੰਦੇ ਨੂੰ ਅੰਨ੍ਹਿਆ ਕਰ ਦਿੰਦੀ, ਕਹਿੰਦੇ ਲੋਕਾਂ ਦੇ ਹੱਸਣ ਦੀ ਵੀ ਸ਼ਰਮ ਨਹੀਂ ਆਉਂਦੀ। ਨਾਨਕ ਹਰ ਜਸ ਕਿਉ ਨਹੀਂ ਗਾਵਤ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਸੱਚੇ ਪਾਤਸ਼ਾਹ ਹਰੀ ਦਾ ਜਸ ਕਿਉਂ ਨਹੀਂ ਗਾਉਂਦਾ, ਪਾਪ ਹਰਨ ਕਰਨ ਵਾਲੇ ਨੂੰ, ਜਿਹੜਾ ਸਭ ਤੋਂ ਉੱਤਮ ਕਾਰਜ ਹੈ। ਕੁਮਤ ਬਿਨਾਸੈ ਤਨ ਕੀ। ਜਿਹਦੇ ਨਾਲ ਤੇਰੇ ਜੀਵਨ ਦੀ ਕੁਮਤ, ਭੈੜੀ ਦੁਰਮਤ, ਖੋਟੀ ਮਤ ਦਾ ਨਾਸ਼ ਹੋ ਜਾਵੇ। ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ। ਆਓ ਰਹਿੰਦੇ 1-2 ਮਿੰਟ ਵਾਸਤੇ ਸਿਮਰਨ ਵਿੱਚ ਜੁੜੀਏ, ਸਾਰਿਆਂ ਨੇ ਕਿਰਪਾ ਕਰਨੀ। ਵਾਹਿਗੁਰੂ 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 ਸੋ ਸਾਧ ਸੰਗਤ ਜੀ,
ਬੇਅੰਤ ਪ੍ਰਕਾਰ ਦੀਆਂ ਹੋਈਆਂ ਭੁੱਲਾਂ ਦੀ ਆਪ ਜੀ ਨੇ ਖਿਮਾ ਕਰਨੀ। ਆਓ ਅਖੀਰਲੀਆਂ ਪੰਕਤੀਆਂ ਇੱਕ ਵਾਰੀ ਫਿਰ ਸਰਵਣ ਕਰੀਏ ਜੀ। ਮਾਨਸ ਜਨਮ ਅਕਾਰਥ ਖੋਵਤ, ਲਾਜ ਨਾ ਲੋਕ ਹਸਨ ਕੀ। ਨਾਨਕ ਹਰ ਜਸ ਕਿਉ ਨਹੀਂ ਗਾਵਤ, ਕੁਮਤ ਬਿਨਾਸੈ ਤਨ ਕੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।